प्यारे दोस्तों, बड़ा शुभ दिन है। ਵੱਡੇ ਭਾਜੀ ਨਾਲ ਅੱਜ ਮਿਲਿਆ, ਮੇਰੀ ਦੂਸਰੀ ਮੀਟਿੰਗ ਹੋਈ ਹੈ ਔਰ ਪੰਜਾਬ ਮਾਡਲ ਨੂੰ ਆਲਮੋਸਟ ਅਨਵੇਲ ਕਰ ਚੁੱਕੇ ਹਾਂ। ਜਿਹੜਾ ਥੋੜਾ ਬਹੁਤਾ ਰਹਿੰਦਾ ਹੈ ਉਹ ਤੁਹਾਡੇ ਸਾਹਮਣੇ ਰੱਖਾਂਗੇ। We believe in vision. All men have eyes, few have the vision. And it is about the vision which makes the difference. Party with a difference is with a vision. ਝੂਠ ਵੇਚ ਕੇ, ਸੁਪਨੇ ਵੇਚ ਕੇ ਸਰਕਾਰਾਂ ਨਹੀਂ ਚੱਲ ਸਕਦੀਆਂ। ਸਕੀਮਾਂ ਤੇ ਜੁਗਾੜਾਂ ਦੇ ਨਾਲ ਸਰਕਾਰਾਂ ਨਹੀਂ ਚੱਲ ਸਕਦੀਆਂ। ਸਰਕਾਰਾਂ ਹਮੇਸ਼ਾ ਪਾਲਿਸੀ ਨਾਲ ਚੱਲਦੀਆਂ ਨੇ। ਪਾਲਿਸੀ ਵਿਦ ਬਜਟਰੀ ਐਲੋਕੇਸ਼ਨਸ, ਪਾਲਿਸੀ ਵਿਦ ਰਿਸਰਚ, ਪਾਲਿਸੀ where good intentions are executed. Therefore, I will start with governance reforms. ਇਹ ਜਿਹੜਾ ਪੰਜਾਬ ਮਾਡਲ ਹੈ, ਔਰ ਮੈਂ ਭਾਜੀ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ, ਕੁਝ ਪਹਿਲਾਂ ਦੱਸਿਆ, ਕੁਝ ਅੱਜ ਦੱਸਿਆ, ਕੁਝ ਮੈਂ ਅਨਵੇਲ ਕਰ ਚੁੱਕਿਆ। ਇਹ ਨਹੀਂ ਕਹਿੰਦਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਇੱਥੇ ਲੋਕ ਰੋਂਦੇ ਰਹਿੰਦੇ ਆ, ਨਕਾਰਾਤਮਕ ਸੋਚ ਵਾਲੇ ਹਾਏ ਦੁਹਾਈਆਂ ਪਾਉਂਦੇ ਰਹਿੰਦੇ ਆ, ਕ੍ਰਿਟਿਸਿਜ਼ਮ ਕਰਦੇ ਰਹਿੰਦੇ ਆ, ਮੁੱਦਿਆਂ ਤੋਂ ਭਟਕਾਉਂਦੇ ਰਹਿੰਦੇ ਆ ਔਰ ਕਹਿੰਦੇ ਰਹਿੰਦੇ ਆ ਖਜ਼ਾਨਾ ਖਾਲੀ ਹੈ, ਪਰ ਕੋਈ ਇਹ ਨਹੀਂ ਦੱਸਦਾ ਭਰਨਾ ਕਿਵੇਂ, ਕੋਈ ਹੱਲ ਨਹੀਂ ਦੱਸਦਾ। ਸਮੱਸਿਆ ਦੱਸਣ ਵਾਲੇ ਬੜੇ ਨੈਗੇਟਿਵ ਲੋਕ ਨੇ, ਪਰ ਸੋਲਿਊਸ਼ਨਸ is the most important thing. I know the problems and I know the solution. Therefore, this is a long drawn out 17 years of experience Punjab model. It is not my model. It is a model which belongs to every Punjabi. It is a model which, as much as it is mine, it is Jaiveer's, it is yours, it is Paji's. Therefore, the first point that out of 17 years of experience, the Congress vision has come out with is governance reforms. Giving the power of the people back to the people, honoring the spirit of the Constitution, empowering the vision of Shri Rajiv Gandhi. 12,570 ਪਿੰਡਾਂ ਦੇ ਕੋਲ 170 ਪਾਵਰਾਂ ਨੇ, 11 ਟੈਕਸਿਸ ਲੈਵੀ ਕਰਨ ਦੀਆਂ ਪਾਵਰਾਂ ਨੇ, ਉਹ ਸਾਰੀਆਂ ਪੰਚਾਇਤ ਸੈਕਟਰੀਆਂ ਕੋਲ, ਤੇ ਇੱਥੇ ਇੱਕ ਛੋਟੀ ਜੀ ਮਿਨਿਸਟਰੀ ਦੇ ਕੋਲ, ਤੇ ਉਸ ਤੋਂ ਬਾਅਦ ਇੱਕ ਮਿਨਿਸਟਰ ਦੇ ਕੋਲ, ਚੀਫ ਮਿਨਿਸਟਰ ਦੇ ਕੋਲ ਕੈਦ ਨੇ। ਅਸੀਂ ਅੱਜ ਤੱਕ ਪੰਚਾਇਤੀ ਰਾਜ ਨੂੰ ਸਵਰਾਜ ਨਹੀਂ ਦੇ ਸਕੇ। ਅਸੀਂ ਉਸ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ। ਇਟ ਇਜ਼ ਕਾਲਡ ਦੀ 73rd ਅਮੈਂਡਮੈਂਟ, ਜਿਹੜੀ ਨਰਸਿਮਹਾ ਰਾਓ ਜੀ ਨੇ ਕੀਤੀ ਸੀ। ਦ 74th ਅਮੈਂਡਮੈਂਟ ਇਜ਼ ਮੁਨਸਿਪੈਲਿਟੀਜ਼। ਮੁਨਸਿਪਾਲਟੀਆਂ ਨੂੰ ਸਰਕਾਰ ਟੋਟੇ ਦੇ ਕੇ ਪਾਲਦੀ ਹੈ। ਉਹਨਾਂ ਦੀ ਆਤਮ ਨਿਰਭਰਤਾ, ਉਹਨਾਂ ਦੀ ਖੁਦ ਮੁਖਤਿਆਰੀ ਖਤਮ ਕੀਤੀ ਹੋਈ ਹੈ। ਸੋ ਵੈਨ ਯੂ ਲੁੱਕ ਐਟ ਦੀ ਗਵਰਨਮੈਂਟ, ਸਾਡਾ ਜਿਹੜਾ ਮਨ ਹੈ, ਸਾਡਾ ਜਿਹੜਾ ਦਿਲ ਹੈ, ਉਹ ਆਊਟਸੋਰਸ ਕਰ ਦਿੱਤਾ ਹੈ। ਸਾਡੀ ਜਿਹੜੀ ਇਕੋਨਮੀ ਆ ਉਹ ਠੇਕੇਦਾਰਾਂ ਦੇ ਕੋਲ ਗਿਰਵੀ ਰੱਖ ਦਿੱਤੀ ਹੈ। ਪੰਜਾਬ ਮਾਡਲ ਚੇਂਜਸ ਆਲ ਦਿਸ ਵਿਦ ਦ ਜਿੱਤੇਗਾ ਪੰਜਾਬ ਕਮਿਸ਼ਨ। The Jittega Punjab Commission will be the mind of the government, work as principal policy advisory and think tank on the lines of Nehru ji's planning commission. Will advise each department of the government and even give policy advice to MLAs. Punjab Assembly will be convened for at least 100 days. Punjab the Assembly ਘੱਟ ਤੋਂ ਘੱਟ ਵੀ 100 ਦਿਨ ਚੱਲੇਗੀ। ਇਹ ਨਹੀਂ ਵੀ 6 ਮਹੀਨਿਆਂ ਬਾਅਦ 2 ਦਿਨ ਚੱਲੀ, ਇੱਕ ਦਿਨ ਵਿਚਰੀ ਤੇ ਦੂਜੇ ਦਿਨ ਚੀਫ ਮਿਨਿਸਟਰ ਦੀ ਇੱਕ ਮਾੜੀ ਜਿਹੀ ਸਪੀਚ ਦਿਖਾ ਦਿੱਤੀ ਤੇ ਬਾਕੀ ਕੋਈ ਬੋਲਣ ਲੱਗਿਆ ਤੇ ਬੱਤੀ ਗੁੱਲ। ਟੀਵੀ ਹੋਏਗਾ ਇੱਕ ਸਰਕਾਰੀ। ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਭਾਈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਰਾਜ ਸਭਾ ਔਰ ਰਾਜ ਸਭਾ ਦੇ ਨਾਲ ਲੋਕ ਸਭਾ ਚੱਲਦੀ ਹੈ ਔਰ ਸਾਰੀ ਦੁਨੀਆ ਦੇਖ ਸਕਦੀ ਹੈ, ਉਸ ਤਰ੍ਹਾਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਵਿਧਾਨ ਸਭਾ ਚੱਲੇਗੀ ਜੀ। ਇਹਦੇ ਨਾਲ ਨਾਲ
ਜਿਹੜੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੈ, ਜਿਹੜੀ ਇੱਕ ਮੁੱਖ ਮੰਤਰੀ ਦੇ ਹੱਥ 'ਚ ਹੀ ਰਹਿ ਗਈ, ਜਿਹੜੀ ਲੈਜਿਸਲੇਚਰ ਦੀ ਬਿਲਿਟਲਿੰਗ ਹੈ। ਲੋਕਾਂ ਨੇ ਐਮਐਲਏ ਚੁਣੇ ਸੀ, ਐਮਪੀ ਚੁਣੇ ਸੀ, ਲੋਕਾਂ ਨੇ ਅਫਸਰ ਨਹੀਂ ਸੀ ਚੁਣੇ। ਔਰ ਅਫਸਰਾਂ ਦੇ ਹੱਥਾਂ ਦੇ ਵਿੱਚ ਅਗਰ ਐਮਐਲਏ ਖੇਲਣਗੇ ਔਰ ਮਾਈਂਡ ਸਾਡਾ ਆਊਟਸੋਰਸ ਹੋ ਜਾਏਗਾ, ਔਰ ਬਾਅਦ ਚੋਂ ਵੱਡੀਆਂ ਵੱਡੀਆਂ ਕੰਪਨੀਆਂ ਅਰਨਸਟ ਐਂਡ ਯੰਗ ਫਲਾਨਾ ਢਮਕਾਨਾ ਕਾਨੂੰਨ ਬਣਾ ਕੇ ਐਮਐਲਏ ਦੇ ਹੱਥ 'ਚ ਦੇਣਗੇ 3 ਮਿੰਟ ਪਹਿਲਾਂ, ਤੇ ਉਹ ਅੱਧੇ ਘੰਟੇ ਬਾਅਦ ਪਾਸ ਹੋ ਜਾਣਗੇ। ਤੇ ਇਹ ਬਹੁਤ ਵੱਡੀ ਤਰਾਸਦੀ ਹੈ। Therefore, ਜਿਹੜੀ ਵੀ ਡੀਸੈਂਟਰਲਾਈਜੇਸ਼ਨ ਅਸੀਂ ਕਰ ਸਕਦੇ ਹਾਂ ਉਹ ਕਰਾਂਗੇ। ਔਰ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਦੁਆਰ ਜਾਏਗੀ। ਇਟਸ ਅ ਵੈਰੀ ਸਿੰਪਲ ਲਾਈਨ ਬਟ ਇਟ ਸੇਜ਼ ਇਟ ਆਲ। ਮੈਂ ਇੱਕ ਮੁੱਖ ਮੰਤਰੀ ਕੋਲ ਗਿਆ ਸੀ, ਸੈਕਟਰੀਏਟ ਖਾਲੀ ਪਿਆ ਭਾਜੀ, ਤੇ ਮੈਂ ਉਹਨੂੰ ਕਿਹਾ ਮਹਾਰਾਜ ਇੱਥੇ ਤਾਂ ਕਾਂ ਬੋਲਦੇ ਆ, ਚੱਕਰ ਕੀ ਹੈ? ਉਹ ਕਹਿੰਦਾ भैया लोग सरकार के पास नहीं आते, यहाँ सरकार लोगों के पास चलती। इट्स अ फैंटास्टिक आइडिया। ਉਹਦਾ ਤਰੀਕਾ ਹੈ ਕਿ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ, ਡਿਜੀਟਲ ਪੰਜਾਬ। ਕਿਉਂ ਆਵੇ ਭਾਈ ਕੋਈ ਮਿਊਨਿਸਪੈਲਿਟੀ ਦੇ ਵਿੱਚ ਤੇ ਕਿਉਂ ਲਵੇ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਲਾਇਸੈਂਸ, ਹਾਂਜੀ ਨਕਸ਼ੇ, ਕਿਉਂ ਧੱਕੇ ਖਾਵੇ? ਕਿਉਂ ਬੰਦਾ ਅੰਮ੍ਰਿਤਸਰੋਂ ਜਲੰਧਰੋਂ ਸਿੱਧਾ ਚੰਡੀਗੜ੍ਹ ਜਾਵੇ ਤੇ ਉੱਥੇ 3 ਕਰੋੜ ਦੇ ਕੇ CLU ਪਾਸ ਕਰਾਵੇ? ਇਹ ਕਿਉਂ ਹੈ? ਕਿਉਂ ਬੰਦਾ ਥਾਣਿਆਂ 'ਚ ਜਾ ਕੇ ਇੱਕ ਖਸਰੇ ਨੰਬਰ ਦੇ ਉੱਤੇ 4-4 ਪਲਾਟ ਵਿਕੇ ਹੋਣ ਤੇ ਉਸ ਭੰਬਲ ਭੂਸੇ 'ਚ ਪਵੇ? ਕਿਉਂ ਮਾਂ ਕਵੇ ਵੀ ਪੁੱਤਰਾ ਤਹਿਸੀਲਦਾਰ ਨਹੀਂ ਲੱਗਣਾ, ਤੂੰ ਪਟਵਾਰੀ ਲੱਗ, ਤੇਰੀ ਮੌਜ ਨਾਲੇ ਮੇਰੀ ਮੌਜ? ਕਿਉਂ ਨਾ ਪੰਜਾਬ ਦਾ ਮਾਸਟਰ ਪਲਾਨ ਖਸਰੇ ਨੰਬਰਾਂ ਦੇ ਉੱਤੇ ਪੂਰੀ ਤਰ੍ਹਾਂ ਸੁਪਰ ਇੰਪੋਜ਼ ਹੋਵੇ ਤੇ ਘਰੇ ਬੈਠ ਕੇ ਤੁਸੀਂ ਖਸਰਾ ਨੰਬਰ ਲੈ ਸਕੋ, ਆਪਣਾ ਫਰਦਾ ਲੈ ਸਕੋ, ਇੰਤਕਾਲ ਲੈ ਸਕੋ ਔਰ ਹਰ ਚੀਜ਼ ਨੂੰ ਲੈ ਸਕੋ। ਇਟਸ ਅ ਡੂਏਬਲ ਥਿੰਗ। ਆਲਮੋਸਟ 70% ਆਫ ਦੀ ਸਟੇਟਸ ਇਨ ਇੰਡੀਆ ਐਂਡ ਦ ਵਰਲਡ ਓਵਰ ਰਨ ਔਨ ਡਿਜੀਟਲ ਪੋਰਟਲਸ। ਵਾਈ ਸ਼ੁਡ ਐਨ NRI come and be hassled over here? And why not sit in America, go to a single window system, and through that single window system get his policy cleared and come and invest over here? क्यों पैसे दवे, क्यों ब्यूरोक्रेसी को धक्के खावे ते क्यों अफसरशाही ਉਹਦਾ ਸਾਫਾ ਉਹਦੇ ਗਲ 'ਚ ਪਾਵੇ? Therefore we talk of digital Punjab. And the next is the biggest point. ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲਿਆਂ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹੱਲ ਇਨਕਮ ਹੈ। ਇਨਕਮ ਸਰਕਾਰ ਦੇ ਰਿਸੋਰਸਿਸ ਦੀ ਸਰਕਾਰ ਕੋਲ ਨਹੀਂ ਆਉਂਦੀ, ਨਿੱਜੀ ਜੇਬਾਂ ਜਾਂਦੀ। ਅਸੀਂ 1 ਲੱਖ ਕਰੋੜ ਰੁਪਏ ਦੀ ਐਡੀਸ਼ਨਲ ਇਨਕਮ, 1 ਲੱਖ ਕਰੋੜ ਰੁਪਏ ਦੀ। ਇਫ ਯੂ ਏਮ at the sun you might hit the moon, but if you aim at the top of the tree you'll never get off the ground. ਇਸ ਕਰਕੇ ਨਿਸ਼ਾਨਾ ਉੱਚਾ ਹੋਣਾ ਚਾਹੀਦਾ। most failures stem from aiming too low. ਅਸੀਂ 1 ਲੱਖ ਕਰੋੜ ਦਾ ਏਮ ਲਿਖਿਆ। ਜੇ 30,000 ਕਰੋੜ ਦੀ ਇਨਕਮ ਆਊ ਤੇ 60,000 ਹੋ ਜੂ, 40 ਆਊ ਤੇ 80 ਹੋ ਜੂ, 20 ਆਊ ਤੇ 40 ਹੋ ਜੂ। It's a very simple mathematics. And when I talk of this, we will make corporations. साहब एक लिकर कॉरपोरेशन ऑन द लाइंस ऑफ टैसमैक। इको चीज़ शराब ऐसी है, मैं वो हक च नहीं, पर जे विकती है तो पैसा स्टेट के खजाने जाना चाहिए। हुण शराब GST के परव्यू तो परे है। इट डज नॉट कम अंडर द परव्यू ऑफ GST। इस करके शराब के उत्ते वैट लग सकता है। इस करके शराब तो तमिलनाडु 37,000 करोड़ रुपया कमाता है। 2002 ਦੇ ਵਿੱਚ ਉਹ 2,300 ਕਮਾਉਂਦੇ ਸੀ ਤੇ ਅਸੀਂ 2,000 ਕਰੋੜ ਕਮਾਉਂਦੇ ਸੀ। ਤੇ ਇਹਨਾਂ 20 ਸਾਲਾਂ ਦੇ ਵਿੱਚ ਉਹ 37,500 ਕਰੋੜ ਰੁਪਏ ਕਮਾਉਂਦੇ ਆ ਤੇ ਅਸੀਂ 3 ਤੋਂ 4,000 ਕਰੋੜ, ਅਸੀਂ 500 ਕਰੋੜ ਲਈ ਲੜਦੇ ਆ। ਤੇ ਉਹ 15% ਇਨਕਰੀਜ਼ ਹਰ ਸਾਲ, which means almost 2,000 crores every year, and they employ more than 50,000 people. 50,000 ਬੰਦਿਆਂ ਨੂੰ ਉਹ 300 ਕਰੋੜ ਦਿੰਦੇ ਆ। ਔਰ ਮੈਂ ਜਦੋਂ ਇਹ ਡਬਲ ਕਰਨ ਦੀ ਗੱਲ ਕਰਦਾ ਤੇ ਤੁਸੀਂ ਇਹ ਸਮਝ ਲਓ ਕਿ ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ।
फिर ਉਹਦੇ ਤੇ ਸੂਦ ਮੋੜ ਰਹੇ ਆ। ਤੇ ਜਦੋਂ ਸਟੇਟ ਦੀ ਆਪਦੀ ਇਨਕਮ ਹੋਈ ਤੇ ਤੁਸੀਂ ਸੈਂਟਰ ਦੀਆਂ ਸਕੀਮਾਂ 'ਚ ਪਾਓ CSS, ਤੇ ਜੇ 40 ਪਾਓਗੇ 40 ਕਰੋੜ ਪਾਓਗੇ ਤੇ 60 ਕਰੋੜ ਮਿਲੇਗਾ, ਤੇ ਜੇ 50-50 'ਚ ਪਾਓਗੇ ਤੇ ਤੁਸੀਂ 50 ਕਰੋੜ ਪਾਓਗੇ ਤੇ ਤੁਹਾਨੂੰ 100 ਕਰੋੜ ਮਿਲੇਗਾ। Therefore, if you have an income, state income of let's say 30,000 crores, करीब 20 ਤੋਂ 25,000 ਕਰੋੜ ਰੁਪਈਆ L1 ਲਾਇਸੈਂਸ ਲਾ ਲਓ, ਵੈਟ ਲਾ ਲਓ, ਤੇ ਸ਼ਰਾਬ ਦੇ ਉੱਤੇ ਕੰਟਰੋਲ ਅਗਰ ਸਟੇਟ ਦਾ ਹੋਏ ਡਿਸਟਿਲਰੀਆਂ ਤੋਂ ਸਾਰੀਆਂ, ਤੇ ਕਰੀਬ 20 ਤੋਂ 25,000 ਕਰੋੜ ਉੱਥੋਂ ਲਾਓ, 3,000 ਕਰੋੜ ਰੁਪਈਆ ਰੇਤੇ ਤੋਂ, 5,000 ਕਰੋੜ ਰੁਪਈਆ ਰੈਗੂਲੇਟਰੀ ਕਮਿਸ਼ਨ ਔਨ ਕੇਬਲ, 1,500 ਕਰੋੜ ਰੁਪਈਆ from transport. Therefore, when you look at this 30,000 crores, there is an additional 18,000 that comes from tax compliances. ਅਸੀਂ 18 ਤੋਂ 20,000 ਕਰੋੜ ਰੁਪਇਆ ਟੈਕਸ ਕੰਪਲਾਈਂਸਿਸ ਤੇ ਛੱਡਦੇ ਹਾਂ। ਹੁਣ ਜੇ ਤੁਸੀਂ ਇਹਨੂੰ 50 ਨੂੰ ਡਬਲ ਕਰਨਾ ਹੈ 50 ਡਬਲ ਕਰ ਲਓ, 40 ਨੂੰ ਕਰਨਾ 40 ਡਬਲ ਕਰ ਲਓ, ਪਰ ਇਹ ਡਬਲ ਹੈ। ਲੇਕਿਨ ਅਸੀਂ ਕਰਜ਼ੇ ਲੈ ਕੇ ਅੱਧੇ ਤੋਂ ਵੀ ਘੱਟ ਦਿੰਦੇ ਹਾਂ, ਔਰ ਪੰਜਾਬ ਸਟੇਟ ਬੈਂਕਰਪਸੀ ਦੀ ਕਗਾਰ ਦੇ ਉੱਤੇ ਖੜਾ ਹੈ। ਹੁਣ ਇਹ ਇੱਕ ਲਿਕਰ ਕਾਰਪੋਰੇਸ਼ਨ, ਇੱਕ ਸੈਂਡ ਮਾਈਨਿੰਗ, ਇੱਕ ਲੌਂਗ ਰੂਟ ਬੱਸਿਸ only for PRTC and PANBUS, and will give short route permits to youth in every village. And after doing that, ਅੱਜ 3,000 ਸਾਡੇ ਕੋਲ ਪਰਮਿਟ ਹੈ ਤੇ 8,000 ਬੱਸਾਂ ਚੱਲਦੀਆਂ। ਇਹ ਕਰਨ ਦੇ ਬਾਵਜੂਦ ਸਾਡੇ ਕੋਲ 1,500 ਕਰੋੜ ਰੁਪਇਆ ਹੋਊਗਾ। ਅੱਜ ਤੋਂ ਸਾਲ ਪਹਿਲਾਂ ਤਾਂ ਲੱਖੀ ਬਣਾਉਂਦਾ ਸੀ ਟਾਈਮ ਟੇਬਲ, ਲੇਕਿਨ ਟਾਈਮ ਟੇਬਲ ਵੀ ਔਨ ਦ ਡਿਜੀਟਲ ਪੋਰਟਲ ਹੋਏਗਾ। ਤੁਸੀਂ ਬੁਕਿੰਗ ਕਰਾਉਣੀ ਹੈ, ਘਰੇ ਬੈਠੇ ਆਪਣੀ ਬੁਕਿੰਗ ਕਰਾਓ, ਬੱਸ 'ਚ ਆ ਕੇ ਸਿੱਧਾ ਚੜ੍ਹ ਜਾਓ, ਠੀਕ ਹੈ ਜੀ। ਉਸ ਤੋਂ ਬਾਅਦ ਆਊਟਡੋਰ ਐਡਵਰਟਾਈਜ਼ਿੰਗ ਪਾਲਿਸੀ, ਇਹਦਾ ਸਿੱਧਾ ਪ੍ਰਮਾਣ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੁਧਿਆਣੇ ਇੱਕ ਟੈਂਡਰ ਪਾਇਆ ਸੀ 50 ਲੱਖ, ਜਿੱਥੇ ਲੁਧਿਆਣਾ ਕਮਾਉਂਦਾ ਸੀ ਪਹਿਲੇ ਸਾਲ 37 ਕਰੋੜ ਆਇਆ ਸੀ। ਤੇ ਉਹ 37 ਕਰੋੜ ਘੱਟ ਹੈ ਕਿਉਂਕਿ ਕਾਟਲ ਸੀ, ਠੇਕੇਦਾਰੀ ਸੀ। ਇਹ ਠੇਕੇਦਾਰੀ ਤੋੜਨੀ ਹੈ, ਚਾਹੇ ਸ਼ਰਾਬ 'ਚ ਹੋਵੇ ਚਾਹੇ ਸੈਂਡ 'ਚ ਹੋਵੇ, ਕਿਉਂਕਿ ਜੇ ਠੇਕੇਦਾਰੀ ਹੈ ਤੇ ਚੀਫ ਮਿਨਿਸਟਰ ਭਾਵੇਂ ਕਿੰਨਾ ਹੀ ਕਹੀ ਜਾਏ ਵੀ ਜੀ ਇਹ ਘਟ ਗਿਆ ਹੱਥ ਠੇਕੇਦਾਰ ਕੋ ਕਹੋ ਤੁਸੀਂ ਘਟਾ ਲਓ, ਮੇਰੇ ਕੋਲ ਤਾਂ ਸਾਲ ਦਾ ਠੇਕਾ ਹੈ। Therefore, the cartels have to be broken, and somewhere down the line, ਅਸੀਂ ਆਊਟਡੋਰ ਪਾਲਿਸੀ ਚੋਂ, ਚਾਹੇ ਉਹ ਬੱਸ ਸਟੈਂਡ ਹੋਣ, ਕੀਓਸਕਸ ਹੋਣ, ਬੱਸਾਂ ਦੇ ਪਿੱਛੇ ਜਿੱਥੇ ਇੰਡੀਵਿਜੂਅਲਸ ਦੀ ਫੋਟੋ ਲੱਗੀ ਹੁੰਦੀ ਹੈ, ਉੱਥੇ ਤੁਸੀਂ ਉਹਨੂੰ ਸੇਲ ਕਰਕੇ 1,000 ਕਰੋੜ ਰੁਪਈਆ we will get out of the outdoor advertising policy. And this is doable. What I'm saying is less, we can do more. The biggest room in this world is the room for improvement. ਅੱਗੇ ਆ ਜਾਓ ਜੀ, ਕੋਆਪਰੇਟਿਵਸ। ਕੋਆਪਰੇਟਿਵ ਚਾਹੇ ਅਮੁਲ ਦਾ ਹੋਵੇ ਚਾਹੇ ਵੇਰਕੇ ਦਾ ਹੋਵੇ, ਛੋਟੇ ਵਪਾਰੀ ਨੂੰ, ਛੋਟੇ ਕਿਸਾਨ ਨੂੰ ਤੇ ਛੋਟੇ ਦੁੱਧ ਵੇਚਣ ਵਾਲੇ ਨੂੰ ਉਹ ਆਪਣੀ ਕੀਮਤ ਵਸੂਲ ਕਰਾ ਲੈਂਦਾ ਹੈ। ਚਾਹੇ ਕੋਈ 1000 ਲੀਟਰ ਦੁੱਧ ਪਾਉਂਦਾ ਹੋਵੇ, ਚਾਹੇ ਕੋਈ 2 ਲੀਟਰ ਦੁੱਧ ਪਾਉਂਦਾ ਹੋਵੇ, ਪ੍ਰਾਈਸ ਹਰੇਕ ਦੀ ਇੱਕ ਹੈ, ਚਾਹੇ ਕਿਸਾਨ ਹੋਵੇ। ਇਹ ਕੋਆਪਰੇਟਿਵਾਂ ਦੀ ਤਾਕਤ IAS ਅਫਸਰਾਂ ਦੇ ਹੱਥ 'ਚ ਦਿੱਤੀ ਹੋਈ ਹੈ, ਰਜਿਸਟਰਾਰਾਂ ਦੇ ਹੱਥ 'ਚ ਦਿੱਤੀ ਹੋਈ ਹੈ। ਸਾਡੀ ਸਰਕਾਰ ਅਗਰ ਆਉਂਦੀ ਹੈ ਤੇ ਇਹ ਸਾਰੀ ਦੀ ਸਾਰੀ ਤਾਕਤ ਜਾਂ ਕਿਸਾਨ ਕੋਲ ਹੋਏਗੀ, ਜਾਂ ਦੁੱਧ ਵੇਚਣ ਵਾਲਿਆਂ ਕੋਲ ਹੋਊਗੀ, ਜਾਂ ਜਿਹੜਾ ਵੀ ਕੋਆਪਰੇਟਿਵ ਬਣਾਏਗਾ ਉਹਨਾਂ ਲੋਕਾਂ ਦੇ ਹੱਥ 'ਚ ਹੋਊਗੀ, ਬਿਊਰੋਕ੍ਰੇਸੀ ਦੇ ਹੱਥ 'ਚ, ਰਜਿਸਟਰਾਰਾਂ ਦੇ ਹੱਥ 'ਚ ਨਹੀਂ ਹੋਏਗੀ। ਦੈਟ ਆਈ ਪ੍ਰੋਮਿਸ ਯੂ। ਉਸ ਤੋਂ ਬਾਅਦ ਕੇਬਲ ਰੈਗੂਲੇਟਰੀ ਕਮਿਸ਼ਨ, ਕੇਬਲ ਦੀ ਜਿਹੜੀ ਤਾਕਤ ਹੈ ਉਹ ਇੱਕ ਬੰਦੇ ਦੇ ਕੋਲ ਮੋਨੋਪੋਲੀ ਬਣਾ ਕੇ ਦਿੱਤੀ ਹੋਈ ਹੈ, ਜੁਝਾਰ ਦੇ ਕੋਲ। ਜੁਝਾਰ ਸੁਖਬੀਰ ਦਾ ਦਲਾਲ ਹੈ। ਉਹਨੇ ਇੱਕ ਵੀ ਪੰਜੀ ਉਹਨੇ ਸਟੇਟ ਨੂੰ ਨਹੀਂ ਦਿੱਤੀ। ਉਹ ਮੋਨੋਪੋਲੀ ਬਣਾਈ ਬੈਠਾ, ਉਹ ਹਰੇਕ ਨੂੰ ਬਲੈਕਮੇਲ ਕਰਦਾ, ਵੱਡੇ ਵੱਡੇ ਚੈਨਲਾਂ ਨੂੰ ਕਹਿੰਦਾ ਓਏ ਇੰਨੇ ਕਰੋੜ ਦੇ ਦਿਓ ਨਹੀਂ ਤੇ ਕੱਟ ਦਿਆਂਗੇ ਤੁਹਾਡੀ। ਉਹ ਸਮਝਦੇ ਹੋ, ਅਸੀਂ ਉਹਦੀ ਮੋਨੋਪੋਲੀ ਤੋੜਾਂਗੇ, 5 ਤੋਂ 7 MSO ਲਿਆਵਾਂਗੇ। ਜਿੱਦਣ 5 ਤੋਂ 7 MSO ਲਿਆਂਦੇ, ਕੇਬਲ 450 ਤੋਂ ਸਿੱਧੀ 200 ਤੇ ਆ ਗਈ ਵੱਜੇਗੀ। 200 ਨਹੀਂ ਆਊਗੀ, 225 ਆ ਜਾਏਗੀ। ਕੰਪੀਟੀਸ਼ਨ ਵਿਲ ਬ੍ਰਿੰਗ ਦ ਰੇਟ ਡਾਊਨ। ਉਹ ਕਹਿੰਦਾ 10,000 ਤੋਂ 20,000 ਟੈਲੀਵਿਜ਼ਨ ਨੇ ਪੰਜਾਬ 'ਚ, ਮੈਂ ਕਹਿੰਦਾ 2 ਕਰੋੜ ਨੇ। ਹੀ ਕੰਸੀਲਸ ਇਟ। ਉਹ ਕੰਸੀਲ ਕਰਕੇ ਟੈਕਸਾਂ ਦੀ ਚੋਰੀ ਕਰਦਾ। ਮੈਂ ਲਿਆਇਆ ਸੀਗਾ ਪਾਲਿਸੀ, ਮੈਂ ਕਾਨੂੰਨ ਲਿਆਇਆ ਸੀਗਾ ਵੀ ਇਹਦੇ ਕੰਪਿਊਟਰ ਨੂੰ ਮੈਨੂੰ ਹੱਥ ਪਾਉਣ ਦਿਓ ਤੇ ਇਹਦੀਆਂ ਮੈਂ ਪਤੀੜਾਂ ਪਾ ਦੂੰ ਤੇ 1000 ਕਰੋੜ ਰੁਪਈਆ ਮੈਂ ਸਟੇਟ ਨੂੰ ਲਿਆ ਕੇ ਦੇ ਦੂੰਗਾ। ਉਹ ਨਹੀਂ ਹੋਣ ਦਿੱਤਾ। ਜਿਹੜਾ ਸਾਡਾ ਪੁਰਾਣਾ ਮੁੱਖ ਮੰਤਰੀ ਸੀ
ਉਹਦਾ ਪਿਆਰ ਮੁਹੱਬਤ ਸੀ ਇਹ ਜਿਹੇ ਸਾਰੇ ਲੋਕਾਂ ਨਾਲ, ਉਹਦੀ ਅੱਟੀ ਸੱਟੀ ਵੀ ਸੀ, ਉਹਦਾ 75-25 ਵੀ ਸੀ, ਇਸ ਕਰਕੇ ਉਹਨੇ ਹੋਣ ਨਹੀਂ ਦਿੱਤਾ। ਚਲੋ ਰੱਬ ਉਹਦਾ ਭਲਾ ਕਰੇ, ਵੈਸੇ ਹੋਣਾ ਹੈ ਨਹੀਂ। ਅੱਗੇ ਆਓ ਜੀ, ਕਿਸਾਨੀ। ਇਹ ਮੇਰੇ ਹੱਥ ਦਾ ਜਿਵੇਂ ਆਈ ਨੋ ਇਟ ਲਾਈਕ ਦ ਬੈਕ ਆਫ ਮਾਈ ਪਾਮ, ਬਿਕੋਜ਼ 17 ਸਾਲ ਇਹੀ ਸੁਪਨਾ ਜਿਉਂਦਾ ਰਿਹਾ ਮੈਂ, ਔਰ ਪਿਛਲੇ 2-3 ਸਾਲ ਤਾਂ ਜਦੋਂ ਕੈਪਟਨ ਨਾਲ ਖੜਕਦੀ ਸੀ ਤੇ ਵਿਹਲਾ ਵੀ ਰਿਹਾ, ਤੇ ਉਦੋਂ ਇਹੀ ਕੁਝ ਚੱਲਦਾ ਰਿਹਾ। ਤੇ ਫਿਰ ਇਹ ਕੰਮ ਆਏਗਾ ਬਹੁਤ। ਫਾਰਮਰਾਂ ਦੀ ਜਿੱਥੇ ਤੱਕ ਗੱਲ ਆਉਂਦੀ ਹੈ, ਅੱਜ ਪਾਰਟੀਆਂ ਕਿਸੇ ਤਾਕਤ ਲਈ ਜੂਝ ਰਹੀਆਂ ਨੇ ਕਿ ਭਾਈ ਤੁਸੀਂ ਸਾਨੂੰ ਤਾਕਤ ਦਿਓ, ਅਸੀਂ ਤੁਹਾਡਾ ਭਲਾ ਕਰਾਂਗੇ। ਭਾਈ ਸੈਂਟਰ ਵੱਲ ਕਦ ਤੱਕ ਦੇਖੀ ਜਾਵਾਂਗੇ? ਸੈਂਟਰ ਨੇ 3 ਕਾਲੇ ਕਾਨੂੰਨ ਅਗਰ ਵਾਪਸ ਵੀ ਕਰਾ ਲਏ ਤੁਸੀਂ ਗਲ 'ਚ ਅੰਗੂਠਾ ਦੇ ਕੇ, ਤੇ ਫਾਰਮਰ ਦੀ ਪੋਜੀਸ਼ਨ ਕਿੱਦਾਂ ਬਿਹਤਰ ਹੋਗੀ ਜੀ? ਇਸ ਤੋਂ ਪਿਛਲੇ ਸਾਲ ਜੂਨ ਦੇ ਵਿੱਚ ਆ ਕੇ ਖੜੇ ਹੋ ਗਏ ਆ। ਇੱਕ ਟਾਈਮ ਤੇ 8000 10,000 ਖੁਦਕੁਸ਼ੀਆਂ ਹੋਈਆਂ, ਉਸ ਤੋਂ ਬਾਅਦ ਫੇਰ 10,000 ਹੋਈਆਂ। ਫਾਰਮਰ ਦੀ ਪ੍ਰੋਬਲਮ ਹੈ ਵੱਧ ਰਹੀ ਲਾਗਤ, ਘਟ ਰਹੀ ਪ੍ਰੋਡਕਟਿਵਿਟੀ ਤੇ ਘਟ ਰਹੀ ਆਮਦਨ। ਸੈਂਟਰ ਦੀਆਂ ਸਰਕਾਰਾਂ ਕਹਿੰਦੀਆਂ ਨਹੀਂ ਡਬਲ ਕਰ ਦਿਆਂਗੇ, ਨਹੀਂ ਹੋਈ। ਮੈਂ ਕਹਿੰਦਾ ਤੁਸੀਂ ਤਾਕਤ ਜਿਹੜੀ ਸਟੇਟ ਨੂੰ ਦਿੱਤੀ ਹੈ, ਉਹ ਸਟੇਟ ਦੀ ਤਾਕਤ ਫਾਰਮਰ ਨੂੰ ਕਿਵੇਂ ਬਿਹਤਰ ਕਰ ਸਕਦੀ ਹੈ, ਇਹ ਸਵਾਲ ਹੈ। What can Punjab do with the powers that people have given them? ਸਿੱਧੀ ਗੱਲ, ਪੰਜਾਬ ਸਰਕਾਰ ਅਗਰ ਕਾਂਗਰਸ ਦੀ ਸਰਕਾਰ ਆਈ, ਅਸੀਂ ਦਾਲਾਂ ਤੇ ਆਇਲ ਸੀਡਸ ਤੇ ਮੱਕੀ ਦੇ ਉੱਤੇ ਪਨਸਬ ਪਨਗ੍ਰੇਨ ਤੇ ਮਾਰਕਫੈਟ ਤੋਂ ਪ੍ਰੋਕਿਉਰਮੈਂਟ ਕਰਾਂਗੇ ਜੀ, MSP ਦੇਵਾਂਗੇ ਲੀਗਲੀ ਔਰ ਠੋਕ ਕੇ ਦੇਵਾਂਗੇ। 75,000 ਕਰੋੜ ਰੁਪਏ ਦੇ ਆਇਲਸ, ਚਾਹੇ ਸੂਰਜਮੁਖੀ ਦਾ ਤੇਲ ਹੋਵੇ, ਚਾਹੇ ਸਰੋਂ ਦਾ ਤੇਲ ਹੋਵੇ, ਚਾਹੇ ਹੋਰ ਐਡੀਬਲ ਆਇਲਸ ਨੇ, ਇੰਡੀਅਨ ਗਵਰਨਮੈਂਟ ਇੰਪੋਰਟ ਕਰਦੀ ਹੈ। ਜੇ ਦਾਲਾਂ ਲਾ ਲਓ ਤੇ 1 ਲੱਖ ਕਰੋੜ ਰੁਪਏ ਦੀਆਂ ਦਾਲਾਂ ਤੇ ਇਹੀ ਤੇਲ ਇੰਪੋਰਟ ਹੁੰਦੇ ਆ। Therefore ਆਟਾ ਦਾਲ ਸਕੀਮ ਦੇ ਲਈ ਕਰੀਬ 500-700 ਕਰੋੜ ਰੁਪਏ ਦੀਆਂ ਦਾਲਾਂ ਅਸੀਂ ਇੰਪੋਰਟ ਕਰਦੇ ਹਾਂ। ਅਸੀਂ ਉਹ 500-700 ਕਰੋੜ ਰੁਪਏ ਸਾਈਡ ਤੇ ਰੱਖਾਂਗੇ। ਅਸੀਂ ਕਰਜ਼ੇ ਲੈ ਕੇ ਟਿਊਬਵੈੱਲ ਲਾਉਂਦੇ ਹਾਂ, ਪਾਣੀ ਘਟਾਉਂਦੇ ਹਾਂ, ਡਾਰਕ ਜ਼ੋਨ ਪੰਜਾਬ ਦੇ ਵਿੱਚ ਬਣਾਉਂਦੇ ਹਾਂ, ਤੇ ਪੱਲੇ ਕਿਸੇ ਦੇ ਕੁਝ ਨਹੀਂ ਪੈਂਦਾ। ਇਸ ਕਰਕੇ ਅੱਜ ਇੰਡੀਅਨ ਗਵਰਨਮੈਂਟ ਨੂੰ ਵੀ ਸਾਡੀ ਇੰਨੀ ਲੋੜ ਨਹੀਂ, ਕਿਉਂਕਿ ਉਹਨਾਂ ਨੂੰ ਸਸਤਾ ਚਾਵਲ, ਸਸਤੀ ਕਣਕ ਮੱਧ ਪ੍ਰਦੇਸ਼ ਔਰ ਹੋਰਾਂ ਥਾਵਾਂ ਤੋਂ ਮਿਲਦੀ ਹੈ। ਇਸ ਲਈ ਯੂਜ਼ ਔਰ ਥਰੋ ਵਾਲੀ ਪਾਲਿਸੀ ਉਹਨਾਂ ਨੇ ਸਾਡੇ ਵਾਲੇ ਪਾਸੇ ਨੂੰ ਲੈ ਆਂਦੀ ਹੈ। ਇਸ ਕਰਕੇ ਵੀ ਵਾਂਟ ਡਾਇਵਰਸੀਫਿਕੇਸ਼ਨ। ਤੇ ਜੇ ਚੌਲ ਉਗਾਉਣੇ ਵੀ ਨੇ ਅਸੀਂ, ਤੇ ਫਿਰ ਚੌਲ ਨਹੀਂ 8% ਖਾਂਦੇ ਹਾਂ ਅਸੀਂ ਚੌਲ ਸਿਰਫ, ਫਿਰ ਚੌਲਾਂ ਦੇ ਡੈਰੀਵੇਟਿਵ ਆਉਣਗੇ। ਦੀ ਡੈਰੀਵੇਟਿਵ ਇੰਡਸਟਰੀ ਇਨ ਦੀ ਵਰਲਡ ਟੁਡੇ is an $80 billion ਇੰਡਸਟਰੀ, ਜਿਹਦਾ ਪੰਜਾਬ 0.1% ਵੀ ਨਹੀਂ ਕਮਾਉਂਦਾ। 1 ਬਿਲੀਅਨ 'ਚ 100 ਕਰੋੜ ਹੁੰਦਾ। ਤੁਸੀਂ ਅੰਦਾਜ਼ਾ ਲਾਓ, $80 ਬਿਲੀਅਨ ਦੀ ਇੰਡਸਟਰੀ ਹੈ ਡੈਰੀਵੇਟਿਵ ਇੰਡਸਟਰੀ। ਮਤਲਬ ਚੌਲਾਂ ਤੋਂ ਤੁਸੀਂ ਰਾਈਸ ਬ੍ਰੈਨ ਬਣਾਓ, ਰਾਈਸ ਪ੍ਰੋਟੀਨ ਬਣਾਓ, ਰਾਈਸ ਫੈਟ ਬਣਾਓ, ਰਾਈਸ ਫॉर ਕਾਸਮੈਟਿਕਸ, ਮੱਕੀ ਤੋਂ ਕੌਰਨਫਲੈਕਸ, ਇਸੇ ਤਰ੍ਹਾਂ ਵੀਟ ਤੋਂ। ਔਰ ਇਹ ਸਾਰੀ ਜਿਹੜੀ ਫੂਡ ਪ੍ਰੋਸੈਸਿੰਗ ਹੈ, ਇਹ ਕੋਈ ਬਿਰਲਾ ਟਾਟਾ ਨਹੀਂ ਕਰੇਗਾ, ਇਹ ਪੰਜਾਬ ਦਾ ਯੂਥ ਕਰੇਗਾ, ਇਹ ਪੰਜਾਬ ਦਾ ਕਿਸਾਨ ਕਰੇਗਾ। ਐਂਡ ਇਟਸ ਅ ਵੈਰੀ ਸਿੰਪਲ ਇੰਡਸਟਰੀ। ਆਹ ਮੌਲਾਂ ਦੇ ਵਿੱਚ ਤੁਹਾਨੂੰ ਕੱਲਾ ਰਿਲਾਇੰਸ ਫਰੈਸ਼ ਨਹੀਂ ਮਿਲੇਗਾ, ਤੁਹਾਨੂੰ ਅਡਾਨੀ ਫਰੈਸ਼ ਨਹੀਂ ਮਿਲੇਗਾ, ਤੁਹਾਨੂੰ ਬਾਬਾ ਨਾਨਕ ਪੰਜਾਬ ਫਾਰਮਰ ਫਰੈਸ਼ ਮਿਲੇਗਾ। ਪੰਜਾਬ ਦੇ ਯੂਥ ਦਾ ਜਿਹੜਾ ਪ੍ਰੋਸੈਸਿੰਗ ਉਹ ਹੈ ਉਹ ਮਿਲੇਗਾ। ਐਂਡ ਇਟ ਇਜ਼ ਦੀ ਈਜ਼ੀਐਸਟ ਥਿੰਗ ਟੂ ਡੂ। ਲੇਕਿਨ ਜਿਹੜੀਆਂ ਸਰਕਾਰਾਂ ਨੇ, ਉਹਨਾਂ ਸਰਕਾਰਾਂ ਨੇ ਸਿਰਫ ਇੱਕੋ ਕੋਸ਼ਿਸ਼ ਕੀਤੀ ਹੈ ਵੀ 2 ਬੰਦਿਆਂ ਦੇ ਹੱਥ ਦੇ ਕੇ 2 ਕਰੋੜ ਮਾਰ ਦਿਓ। ਮੋਰ ਦੈਨ ਦੀ ਡੈਰੀਵੇਟਿਵ ਇੰਡਸਟਰੀ, ਦੀ ਮਾਰਕੀਟ ਇੰਟਰਵੈਂਸ਼ਨ ਸਕੀਮ ਵਿਚ ਦ ਗਵਰਨਮੈਂਟ ਆਫ ਇੰਡੀਆ ਗਿਵਸ। ਜੇ ਤੁਸੀਂ ਮੱਕੀ 1600 ਦੀ ਨਹੀਂ ਕਹੀ ਹੈ ਔਰ ਬਾਜ਼ਾਰ 'ਚ 1100 ਦੀ ਵਿਕੀ ਹੈ, ਤੇ 500 ਰੁਪਈਆ ਜਿਹੜਾ ਗੈਪ ਹੈ, that will be given. This is called the market intervention scheme. It's a demand driven scheme. Nobody will pay the money. Government of India ਉਹ ਪੈਸੇ ਦਿੰਦੀ ਹੈ। So we will make use of all that. And then ਉਸ ਤੋਂ ਬਾਅਦ storage.
पंजाब के फार्मर की सब तो वड्डी प्रॉब्लम ही स्टोरेज है। जो 5 रुपये का टमाटर दे के आता है, पैरिशेबल कमोडिटी है, तो 5 का भी नहीं लेंदे, वो 4 का लेंदे है। उस दिन शाम को रिटेल के उत्ते 25 का विकता है, आड़तीआ 25 का विकता है, तो भाई जे उन्हें 2-3 महीनों बाद लेना उही तो 60-65 का विकता है, क्योंकि वो अडानी के कोल्ड स्टोरेज चो आता। देयरफॉर असी वेयर हाउसिंग कॉरपोरेशन जी मेरी घर वाली मिली, उस बाद राजकुमार वेरका साहब को सी, उन्हें तो छड्डती सी, ਉਹਦੇ 'ਚ ਅਸੀਂ ਕਿਸੇ ਨੂੰ भी कणक और जीरी की स्टोरेज के लिए अलाउ करांगे और 80% स्टोरेज का इमीजिएटली पैसा दे देंगे एज लोन। फिर वो बेचे 3 महीने नूं, वो बेचे 6 महीने नूं। समझो ये बेसिक किसानी का प्रोग्राम है। बिल्डिंग कोल्ड स्टोरेजेस, कोऑपरेटिव्स इज द फ्यूचर ऑफ आवर किसानी। उस तो बाद आता विमेन एम्पावरमेंट, इन्वेस्टिंग इन द एजुकेशन ऑफ आ फ्यूचर जनरेशन। बहुत फर्क है केजरीवाल ते नवजोत सिद्धू च। केजरीवाल कहना जे 18 तो उत्ते हुई हैं तां ही दूं, नहीं तो वोट कोई मिलनी नहीं। मैं कहना कोई 5वीं पास कर दी है तो 5000, कोई 8वीं पास कर दी है तो 10,000, 10वीं पास कर दी है तो 15,000। आखे जी पैसे कितों आएंगे? पैसे मामे हीर दिया, ये जिन्ने माफिए वाले ने इन्हां दी जेब चों कढ़ के आएंगे तो डबल हो जाएंगे। यह नहीं है कि पैसे कितों आएंगे, पैसे जितों आएंगे वो सेंटर दी स्कीमां दे विच जाके डबल हो जाएंगे। ये 5 लाख करोड़ का करजा जे तुसीं 1 लाख करोड़ रुपया साल का कढ़न लग गए तो 30,000 करोड़ वापस जाऊगा, जिहड़ा अज 25,000 करोड़ साल का चढ़ता है। ये ट्रेंड रिवर्स कर देंगे। ये अज तक कोई नहीं कर सकिया। ये बादलों वेले 15,000 सी, साडे वेले 22,000 हो गया। तो अगे GST की कॉम्पनसेशन बंद होगी 18,000 करोड़, जिहड़ा 10 रुपये पेट्रोल डीजल घटाया ਇਹਦਾ लगू 8,000 करोड़, बिजली सस्ती दी है ਇਹਦਾ लगू 5,000 करोड़। साडियां औरतां जिहड़ियां ने उन्होंने को सिर्फ 1.8% रजिस्ट्रियां च मालकीयत है, which is shameful. 1.8% girls have registry rights। भाई मेरी तो जिन्नी प्रॉपर्टी है 80% मेरी घर वाली के नाम से, तां ही रोह पाउंदी हो। सो व्हाट आई एम सेइंग इज कि ये जो विमेन एम्पावरमेंट की असी गल कर रहे हैं, जिहड़ा बंदा रजिस्टर कराऊगा किसी कुड़ी के नाम के उत्ते, आपकी घरवाली के नाम के उत्ते, माई भैन के नाम के उत्ते, देयर विल बी नो रजिस्ट्रेशन फीस। कोई रजिस्टर जिहड़ियां करोड़ों रुपए फीस लगती है, देयर विल बी नो रजिस्ट्रेशन फीस। उस तो बाद 2 लाख इंटरस्ट तो वी विल क्रिएट स्किल डेवलपमेंट। जिन्नियां भी स्किल इंडस्ट्रीज ने इत्थे पंजाब च, वो सब धंधा करने वाले हैं। मैं आप गालां खाधियां जो MP सी ते मुंडे लै गए सी मेरी कॉन्स्टिट्यूएंसी से 4,000 की नौकरी नहीं दी गई, वो सब धंधा है। वी विल क्रिएट 23 स्टेट ऑफ द आर्ट स्किलिंग सेंटर्स फॉर men and women, and when it comes specially to women, whether it is embroidery, whether it is stitching, whether it is cloud cooking, होम डिलीवरी सिस्टम्स, असी जदों उन्होंने किसी कला के मालक बना देंगे, जदों उन्होंने को एक डिग्री आ जाएगी ऑफ अ स्किल, एंड इट इज स्किल एंड नॉट स्ट्रेंथ विच विल गवर्न योर शिप इन द नियर फ्यूचर। जदों उन्होंने को कोई भी कला आ जाएगी, पंजाब सरकार 2 लाख तो 16 लाख रुपया इंटरस्ट फ्री लोन्स उन्होंने एंटरप्रेन्योरशिप नूं फैसिलिटेट करने के लिए देगी। On top, we are creating 23 clusters in the near future, जिथे एको तरह के बिजनेस आउणगे। Fixed and regular salaries for आशा वर्कर्स, मतलब सब तो वध काम करदियां ने। करीब 8,000 फॉर आंगनवाड़ी, 10,000 फॉर आशा, and 4,000 for Anganwadi helpers, and 2,500 for midday workers.
ਫਿਕਸ ਪ੍ਰਾਈਸ। ਇਹ ਨਹੀਂ ਹੈ ਵੀ ਇੱਕ ਦਿਨ ਮਿਲੀ ਹੈ ਤੇ ਦੂਏ ਦਿਨ ਨਹੀਂ ਮਿਲੀ, ਸਮਝਿਆ ਨਹੀਂ। ਹੁਣ ਇਸ ਤੋਂ ਇਲਾਵਾ ਵੂਮਨ ਕਮਾਂਡੋ ਬਟਾਲੀਅਨਸ, ਹਰ ਪਿੰਡ 'ਚ 2 ਕੁੜੀਆਂ ਨੂੰ ਟ੍ਰੇਨ ਕੀਤਾ ਜਾਊਗਾ, ਫੋਨ ਨੰਬਰ ਦਿੱਤਾ ਜਾਊਗਾ ਤਾਂ ਕਿ ਉਹ ਮਹਿਫੂਜ਼ ਰਹਿ ਸਕਣ। ਲੋਕ ਮਜ਼ਾਕ ਉਡਾਉਂਦੇ ਆ ਵੀ ਸਕੂਟੀਆਂ, ਤੁਸੀਂ ਸਕੂਟੀਆਂ ਕਿਵੇਂ ਦੇਾਂਗੇ? ਮੈਂ ਕਹਿੰਦਾ 5 ਤੋਂ 7 ਹਜ਼ਾਰ ਦੀ ਸਕੂਟੀ ਬਣੂਗੀ ਔਰ ਲੁਧਿਆਣੇ 'ਚ ਬਣੂਗੀ। ਬੈਟਰੀ ਇੰਡਸਟਰੀ ਉੱਥੇ ਹੈ ਔਰ ਬਗੈਰ ਵਾਤਾਵਰਨ ਨੂੰ ਦੂਸ਼ਿਤ ਕਰੇ ਬਣੇਗੀ। ਇਲੈਕਟ੍ਰਿਕ ਵਹੀਕਲਸ ਬਣेंगे। ਮੈਂ ਤੇ ਇੱਕ ਟਵੀਟ ਵੀ ਪਾਇਆ ਸੀ, ਬੜੇ ਨੌਜਵਾਨਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ। ਜਦੋਂ ਵੀ ਕੋਈ ਕੁੜੀ 12ਵੀਂ ਪਾਸ ਕਰਕੇ ਕਾਲਜ ਵੱਲ ਨੂੰ ਜਾਂਦੀ ਹੈ, ਤੁਸੀਂ ਉਹਨੂੰ ਪੁੱਛ ਕੇ ਦੇਖੋ ਕਿ ਉਹ ਮਹਿਫੂਜ਼ ਹੈ, ਕਿ ਉਹ ਬੱਸ 'ਚ ਮਹਿਫੂਜ਼ ਹੈ, ਕਿ ਉਹ ਜਦੋਂ ਤੁਰ ਕੇ ਪਿੰਡੋਂ ਜਾਂਦੀ ਹੈ ਕਿ ਉਹ ਮਹਿਫੂਜ਼ ਹੈ। ਸੋ ਇਹ ਮਜ਼ਾਕ ਦੀਆਂ ਗੱਲਾਂ ਨਹੀਂ ਹੈ। ਇਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਫੈਸਟ। ਅੱਧੇ ਮਾਂ-ਬਾਪ ਆਪਣੀਆਂ ਕੁੜੀਆਂ ਨੂੰ ਪਿੰਡਾਂ 'ਚ ਇਸ ਕਰਕੇ ਵਿਆਹ ਦਿੰਦੇ ਆ ਵੀ ਕੁੜੀ 16 ਦੀ ਹੋ ਗਈ ਤੇ ਅਸੀਂ ਉਹਨੂੰ ਪੜ੍ਹਾ ਨਹੀਂ ਸਕਦੇ। Therefore, our agenda is women empowerment, making them part of Punjab's progress and development, not giving freebies like ਆਪ। ਜੇ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇੱਕ ਕੁੜੀ ਨੂੰ 1000 ਰੁਪਏ ਦਿੱਤੇ ਹੁੰਦੇ ਤੇ ਮੈਂ ਉਹਦਾ ਸਨਮਾਨ ਕਰਦਾ, ਤੇ ਅੱਜ ਕਹਿੰਦਾ 18 ਸਾਲ ਤੋਂ ਉੱਤੇ ਵਾਲੀ ਨੂੰ ਦਊਂਗੇ। ਅਸੀਂ ਉਹਨਾਂ ਨੂੰ ਵਹੀਕਲਸ ਐਂਡ ਇੰਜਨਸ ਆਫ ਆਰ ਇਕਨੋਮੀ ਬਣਾ ਰਹੇ ਹਾਂ। We are not fighting this election for the next election. We are fighting this election for the next generation. It is a generation next election. Make no mistake about it. ਜਿਹੜਾ ਇਹ ਟਾਈਡ ਨੂੰ ਰੋਕ ਦੂਗਾ, ਜਿਹੜਾ ਕਰਜ਼ੇ ਨੂੰ ਫੇਰਾ ਪਾ ਦੂਗਾ ਔਰ ਜਿਹੜਾ ਨੌਜਵਾਨ ਨੂੰ ਇੱਥੇ ਓਪਰਚੁਨਿਟੀ ਦੇ ਦੂਗਾ, ਚਾਹੇ ਉਹ ਸਕਿੱਲ ਹੋਵੇ, ਚਾਹੇ ਉਹ ਨੌਕਰੀ ਹੋਵੇ, ਚਾਹੇ ਉਹ ਜਦੋਂ ਮੈਂ ਕ੍ਰਿਕਟ ਖੇਡਦਾ ਹੁੰਦਾ ਸੀ ਉਹ ਹਾਏ ਜਦੋਂ ਮੈਂ ਛੱਕਾ ਮਾਰਦਾ ਹੁੰਦਾ, ਅੱਜ ਵੀ ਮੈਂ ਦੇਖਦਾ ਕਿ ਉਹ ਮੈਨੂੰ ਦਿਖਦਾ ਛੱਕਾ, ਤੇ ਉਹਦਾ ਆਨੰਦ ਜਿਹੜਾ ਹੈ ਉਹ ਕਿਸੇ ਕਰੋੜ ਰੁਪਈਏ ਦੇ ਵਿੱਚ ਨਹੀਂ ਆਇਆ, ਕਿਸੇ ਚੀਜ਼ 'ਚ ਨਹੀਂ ਆਇਆ। ਉਹ ਜਿਹੜੀ ਆਵਾਜ਼ ਆਉਂਦੀ ਸੀ ਨਾ ਠੱਕ ਬੱਲੇ ਦੇ ਵਿੱਚ ਵੱਜੀ, ਉਹ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੀ ਹੈ। ਦੈਟਸ ਅ ਹਾਈ that you get on the football field, that you'll get playing like ਪ੍ਰਗਟ ਸਿੰਘ। ਔਰ ਆਮ ਬੰਦੇ ਕੁਸ਼ਤੀ ਖੇਡਦੇ ਆ। ਅਸੀਂ ਨੌਜਵਾਨਾਂ ਨੂੰ ਭਾਵੇਂ ਸਕੂਲਾਂ ਦੇ ਵਿੱਚ 1 ਏਕੜ ਦੇ ਵਿੱਚ ਸ਼ਾਮਲਾਟ ਦੀ ਜ਼ਮੀਨ ਦੇ ਵਿੱਚ ਬੈਡਮਿੰਟਨ ਦਾ ਨੈੱਟ ਹੀ ਲਾ ਦਈਏ, ਵਾਲੀਬਾਲ ਦਾ ਨੈੱਟ ਹੀ ਲਾ ਦਈਏ ਤੇ ਕਬੱਡੀ ਦਾ ਅਖਾੜਾ ਹੀ ਬਣਾ ਦਈਏ ਤੇ ਪੰਜੀ ਨਹੀਂ ਲੱਗਦੀ, ਬਟ ਪੋਲੀਟੀਕਲ ਵਿਲ ਚਾਹੀਦੀ ਹੈ। Therefore, those are additional things. ਅੱਗੇ ਆਓ ਜੀ, ਇੰਪਲੋਇਮੈਂਟ ਐਂਡ ਲੇਬਰ ਰਿਫਾਰਮਸ। ਅਸੀਂ ਕਿਸਾਨੀ ਦੇ ਵਿੱਚ ਵੀ ਜਿਹੜੀ ਲੇਬਰ ਕਿਸਾਨ ਲਾਏਗਾ ਅਸੀਂ ਸਬਸਿਡਾਈਜ਼ ਕਰਾਂਗੇ ਮਹਾਰਾਜ। Government will provide labor subsidy to farmers less than 5 acres. It has never happened in the history of Punjab. Urban employment ਦੀ ਗੱਲ ਕਰਦਾ ਮੈਂ। We will guarantee urban employment, ਕਿਉਂਕਿ ਦੁੱਗਣੀ ਅਨਇੰਪਲੋਇਮੈਂਟ ਹੈ ਅਰਬਨ ਏਰੀਆਸ 'ਚ ਪੰਜਾਬ ਦੇ ਪਿੰਡਾਂ ਤੋਂ। ਸੋ ਅਰਬਨ ਇੰਪਲੋਇਮੈਂਟ ਗਾਰੰਟੀ ਮਿਸ਼ਨ, ਜਿੱਥੇ ਅਸੀਂ 5 ਲੱਖ ਲੋਕਾਂ ਨੂੰ ਹਰ ਸਾਲ ਲੱਖ ਬੰਦੇ ਨੂੰ ਅਸੀਂ ਨੌਕਰੀ ਦਿਆਂਗੇ। ਈਵਨ ਦੀ ਇਨਕਮ ਜਨਰੇਸ਼ਨ, ਚਾਹੇ ਉਹ ਸ਼ਰਾਬ ਦੀ ਕਾਰਪੋਰੇਸ਼ਨ ਹੈ, ਟੈਸਮੈਕ ਗਿਵਸ 50,000 ਜੌਬਸ, ਚਾਹੇ ਉਹ ਸੈਂਡ ਮਾਈਨਿੰਗ ਹੈ, ਉੱਥੇ ਘੱਟ ਤੋਂ ਘੱਟ 60,000 ਜੌਬ ਹੈ। ਸੋ ਵੀ ਵਿਲ ਪ੍ਰੋਵਾਈਡ ਜੌਬਸ ਟੂ ਸੈਮੀ ਸਕਿਲਡ, skilled and unskilled labor। ਕੋਈ ਬੰਦਾ ਮਜ਼ਦੂਰਾਂ ਦੇ ਉੱਤੇ ਖਿਆਲ ਨਹੀਂ ਦਿੰਦਾ। ਇਹ ਪਹਿਲੀ ਸਰਕਾਰ ਹੋਏਗੀ, ਜਿਹੜੀ ਮਜ਼ਦੂਰਾਂ ਨੂੰ ਸਨਮਾਨ ਦੇਗੀ। 56 lakhs of labor, they will all be registered and I guarantee you they will all be part of the PDS। ਇਹ ਜਿਹੜਾ BPL ਹੈ, they are automatically people who deserve to be in the BPL list। ਹਰੇਕ ਦੀ ਰਜਿਸਟ੍ਰੇਸ਼ਨ ਹੋਊਗੀ, ਹਰੇਕ ਦੀ ਵੇਜ ਫਿਕਸ ਹੋਊਗੀ ਔਰ ਸਭ ਤੋਂ ਵੱਡੀ ਗੱਲ, it will be linked to inflation। ਬਾਜਵਾ ਸਾਹਿਬ ਨੂੰ ਮੈਂ ਕਹਿ ਰਿਹਾ ਕਿ ਜੇ ਤੇਲ ਦੇ ਰੇਟ ਡਬਲ ਹੋ ਗਏ, ਜੇ ਸਿਲੰਡਰਾਂ ਦੇ ਰੇਟ ਡਬਲ ਹੋ ਗਏ, ਜੇ ਪੈਟਰੋਲ ਡੀਜ਼ਲ ਦੇ ਰੇਟ ਡਬਲ ਹੋ ਗਏ, ਕੀ ਮਜ਼ਦੂਰ ਦੀ ਦਿਹਾੜੀ 250 ਤੋਂ 500 ਹੋਈ ਹੈ?
ਇਹ ਰੇਟ ਡਬਲ ਹੋਣ ਨਾਲ ਉਹਦੀ ਦਿਹਾੜੀ 250 ਤੋਂ ਉਹਦੀ ਵੈਲਿਊ 100 ਰੁਪਏ ਰਹਿ ਜਾਂਦੀ ਹੈ, ਜਸਟ 100 ਰੁਪੀਜ਼। ਦੇਖੋ ਵੀ ਲਿੰਕ ਇਟ ਵਿਦ ਇਨਫਲੇਸ਼ਨ ਐਂਡ ਅਕੋਰਡਿੰਗਲੀ ਮਜ਼ਦੂਰ ਦੀ ਦਿਹਾੜੀ ਜਿਹੜੀ ਹੈ ਅਸੀਂ ਉਨੀ ਕੁ ਵਧਾਵਾਂਗੇ। ਮਨਰੇਗਾ 263 ਪੰਜਾਬ ਸਰਕਾਰ ਦਿੰਦੀ ਹੈ, ਅਸੀਂ 320 ਕਰਾਂਗੇ। ਮਨਰੇਗਾ ਇਜ਼ ਰੂਰਲ, ਤੇ ਕੋਈ ਬੰਦਾ ਅਗਰ ਖੇਤ 'ਚ ਵੜ ਗਿਆ ਅਸੀਂ 350 ਕਰਾਂਗੇ, ਸੌਰੀ। ਤੇ ਕੋਈ ਬੰਦਾ ਖੇਤ 'ਚ ਵੜ ਗਿਆ, ਚਾਹੇ ਬਜ਼ੁਰਗ ਹੋਵੇ, ਚਾਹੇ ਲੇਬਰ ਹੋਵੇ, ਚਾਹੇ ਕੋਈ ਔਰਤ ਹੋਵੇ ਘਰ ਦੀ, she will get 350 rupees because it's a demand driven program and Punjab has not availed it. ਤੁਸੀਂ 10,000 ਕਰੋੜ ਲੈ ਲਓ, 20,000 ਕਰੋੜ ਲੈ ਲਓ, 30,000 ਕਰੋੜ। ਕੰਪਲਸਰੀ ਰਜਿਸਟ੍ਰੇਸ਼ਨ ਫॉर ਆਲ ਲੇਬਰ। ਹੁਣ ਇੱਥੇ ਕੰਸਟਰਕਸ਼ਨ ਲੇਬਰਾਂ ਨੂੰ ਕਹਿੰਦੀ 30,000 ਦੇਵਾਂਗੇ, ਜਦੋਂ ਰਜਿਸਟਰਡ ਹੀ ਹੈ ਨਹੀਂ, ਪੈਸੇ ਕਿੱਦਾਂ ਪਹੁੰਚਣਗੇ ਭਾਈ? 1% ਕੋਲ ਰਜਿਸਟ੍ਰੇਸ਼ਨ ਕਾਰਡ ਨਹੀਂ। ਮੈਂ ਇੱਕ ਦਿਨ ਲੇਬਰ ਚੌਂਕ 2-3 ਤੇ ਜਾ ਕੇ ਆਇਆ, ਮੈਂ ਬੈਠ ਗਿਆ ਉੱਥੇ, ਮੈਂ ਦੱਸ ਵੀ ਕਿਹਦੇ ਕੋਲ ਕਾਰਡ ਹੈ? not even 1% have cards। ਸੋ ਸਰਕਾਰ ਬੜੇ ਸੌਖੇ ਤਰੀਕੇ ਨਾਲ ਇਸ ਦਾ ਭੇਜਣਾ ਸੀ, ਉਹਨਾਂ ਕੋਲ ਹੈ ਨਹੀਂ ਜੀ। ਇਹ ਬਹਾਨਿਆਂ ਤੋਂ ਉੱਤੇ ਉੱਠੇਗੀ ਸਰਕਾਰ। ਹਰੇਕ ਲੇਬਰਰ 56 ਲੱਖ, ਹਰੇਕ ਪੱਲੇਦਾਰ ਮਲੋੜ ਦੇ ਵਿੱਚ 125 ਲੈਂਦਾ, ਤੇ ਤੁਸੀਂ ਮਲੋੜ ਤੋਂ ਥੱਲੇ ਉਤਰੋ ਤੇ ਸੰਗਰੂਰ ਆ ਕੇ ਉਹੀ ਬੰਦਾ 325 ਲੈਂਦਾ ਉਸੇ ਕੰਮ ਦੇ। ਦਿਸ ਵਿਲ ਨਾਟ ਹੈਪਨ। ਅੱਗੇ ਆ ਜਾਓ ਜੀ, ਹੈਲਥ ਕੇਅਰ। ਦੀ ਆਰ ਨਿਊ ਥਿੰਗਸ। 5 ਲੱਖ ਦਾ ਬੀਮਾ ਸਭ ਦਾ। ਜੇ ਪੰਜਾਬ ਸਰਕਾਰ ਸਰਬੱਤ ਦਾ ਭਲਾ ਮੰਗਦੀ ਹੈ ਤੇ 5 ਲੱਖ ਇੰਸ਼ੋਰੈਂਸ ਫॉर ਆਲ ਪੰਜਾਬੀਜ਼ ਇਨ ਆਲ ਹਸਪੀਟਲਸ। ਸਾਰਿਆਂ ਦੇ ਲਈ ਸਾਰੇ ਹਸਪਤਾਲਾਂ ਦੇ ਵਿੱਚ ਇਹ ਹੋਏਗਾ। ਫ੍ਰੀ ਟ੍ਰੀਟਮੈਂਟ ਆਫ 20 lakhs। free treatment surgeries up to 20 lakhs in government hospitals, sarkari haspitalan. There is a mechanism that we have. We'll unleash that mechanism. It's a sure shot, foolproof mechanism. X-rays, MRIs, CT scans, centers in all government hospitals. And I categorically state, X-rays, MRIs, these are basic amenities. CT scans, ਇਹ ਸਾਰੇ ਗਵਰਨਮੈਂਟ ਹਸਪੀਟਲਸ ਹੋਣਗੇ। ਮੋਬਾਈਲ ਵੈਨਸ, ATM clinics, kiosks and teleconsultation in every village। ਤੁਸੀਂ ਜਾ ਕੇ ਸਿਆਣੇ ਡਾਕਟਰ ਦੇ ਨਾਲ ਟੈਲੀਕਨਸਲਟੇਸ਼ਨ ਕਰ ਸਕੋਗੇ। ਹਰ ਪਿੰਡ ਦੇ ਵਿੱਚ ਇਹ ਫੈਸਿਲਿਟੀ ਹੋਏਗੀ। ਮੋਬਾਈਲ ਵੈਨ ਹਰ ਜਗ੍ਹਾ ਤੇ ਹੋਏਗੀ। ਸਰਕਾਰ ਦੇ ਪੈਸੇ ਲੱਗਣੇ ਹੀ ਇੱਧਰ ਨੂੰ ਹੈ। Then we come to nutrition PDS। PDS ਦੇ ਦਿੰਦੇ ਆ ਸੜੀ ਪੁਰਾਣੀ ਕਣਕ, ਕੀੜੇ ਲੱਗੇ, ਉਹੀ ਚਕਾਈ ਤੁਰੀ ਜਾਂਦੇ ਆ। ਸਰਕਾਰ 5 ਅਨਾਜ ਵਾਲਾ ਆਟਾ ਦੇਗੀ ਔਰ ਉਹਦੇ ਨਾਲ 1 ਦਾਲ ਫॉर ਪ੍ਰੋਟੀਨ ਵੀ ਵਿਲ ਗਿਵ। 5 ਅਨਾਜ ਵਾਲਾ ਆਟਾ ਵੈਰੀਫਾਈਡ, ਕੰਟਰੋਲਡ, ਰੈਗੂਲੇਟਡ। ਉਹਦੇ ਨਾਲ 1 ਬੋਤਲ, ਉਹਦਾ ਸਾਈਜ਼ ਹਲੇ ਵੈਰੀਫਾਈ ਨਹੀਂ ਕੀਤਾ, ਸਰੋਂ ਦੇ ਤੇਲ ਦੀ, ਕੁਕਿੰਗ ਆਇਲ। ਜਿੰਨੇ PDS ਦੇ ਬੰਦੇ ਨੇ ਉਹਨਾਂ ਨੂੰ ਨਾਲ ਦਾਲ ਦੇਗੀ। ਤੇ ਐਡੀਸ਼ਨਲੀ ਮਿਡ ਡੇ ਮੀਲਸ ਵਿਲ ਇਨਕਲੂਡ ਫਰੂਟਸ, ਐਗਸ ਐਂਡ ਮਿਲਕ। ਇਹ ਗਾਰੰਟੀ ਹੈ ਸਰਕਾਰ। ਜਿਹੜਾ ਮਿਡ ਡੇ ਮੀਲ ਹੋਏਗਾ ਉਹਦੇ 'ਚ ਦੁੱਧ, ਐਡੀਸ਼ਨਲ eggs, क्योंकि malnutrition is a great hazard और वो prevent कर दियो तो नौजवान बहुत तगड़े हो सकते। Now the more autonomy in villages, residents in functioning of government dispensaries through health management committee, panchayat and medical students for every village to be a de facto member of the committee। ਪਿੰਡਾਂ ਦੀਆਂ ਕਮੇਟੀਆਂ ਹੋਣਗੀਆਂ ਸਾਹਿਬ, ਜਿਹੜੀਆਂ ਮੈਨੇਜਮੈਂਟ ਕਰਨਗੀਆਂ। Now when I go to the additional points also, medical tourism is going to be a very, very big part of our manifesto। ਜਿਹੜੀ ਸਰਜਰੀ 5 ਲੱਖ ਦੀ ਅਮਰੀਕਾ 'ਚ ਹੁੰਦੀ ਹੈ, ਇੱਥੇ ਲੱਖ ਦੀ ਵੀ ਨਹੀਂ ਹੁੰਦੀ। ਜਿਹੜੇ ਗੋਡੇ, ਹਿਪ ਰਿਪਲੇਸਮੈਂਟਾਂ,
बहुत ज़्यादा पैसों च हुंदियां ने, इत्थे बहुत घट पैसों दे विच हुंदियां ने। Even Ayurvedic treatment in these dispensaries is an option that we are weighing very, very strongly. Health management committees will oversee government expenditure in every village on health. That's a word of honor. मैं promise कीते नहीं कदे, ना ही मैं गुटके चक्के है, ना ही मैं सौहां खादी। जवान दे पक्के हैं, जो जवान देती है उत्थे खड़े हैं। Therefore, the next thing is education. ਅਸੀਂ खोल रहे हैं, आज जलंधर ਦੇ ਵਿੱਚ खोल रहे हैं, फिर भाजी ਦੀ ਦੇਖਾਂਗੇ गो हैड ਕੀ ਹੈ ਕੀ ਨਹੀਂ, ਵੱਡਾ ਭਾਈ ਹੈ, ਜਿੱਦਾਂ ਕਹੂਗਾ ਉਸ ਤਰੀਕੇ ਦੇ ਨਾਲ ਇਹਨੂੰ ਇੰਪਰੂਵ ਕਰਾਂਗੇ। Full scholarship up to 10 lakhs to all students to pursue degree in science, technology, engineering, mathematics and medicals. Allocation of 6% state budget for education. 6% budget ਅੱਜ ਤੇ ਸਰਕਾਰ ਜਿਹੜੀ ਹੈ ਉਹ ਹੁਣ ਕਿਹੜੇ ਬਜਟ ਤੇ ਚੱਲਦੀ ਹੈ ਮੈਂ ਹੁਣ ਕਿਉਂ ਦੱਸਾਂ, ਆਪਾਂ ਕਿਉਂ ਨਾ फालतू गल्लां च पैना, जो चला गया उसे भूल जा। बट जिहड़ा एलोकेशन है वो 6% होएगा साहब एजुकेशन दे विच, ये वध सकदा है पर ये घट नहीं सकदा, क्योंकि नहीं तो सूबा रहन जोगा नहीं रहना। All primary school teachers will be regularized and paid full pay scale. जिन्ने भी, I categorically state this, all primary school teachers will be regularized and paid full pay scale. That's a word of honor. We have the money. Doing away with political influence and corruption, Congress will continue its landmark merit-based teacher transfer policy along with the new recruitment to be based upon block and school cadre system. ਇਹਦਾ ਮਤਲਬ ਇਹ ਹੈ ਕਿ ਜਿਹਦਾ ਬਲਾਕ ਜਿੱਥੇ ਹੈ, ਜਿਹਦਾ ਕਾਡਰ ਜਿੱਥੇ ਹੈ, ਜਿਹੜਾ ਜਿੱਥੇ ਪੈਦਾ ਹੋਇਆ, ਪਹਿਲੇ 7 ਸਾਲ ਉਹਦੀ ਬਦਲੀ ਨਹੀਂ ਹੋਏਗੀ। ਇਹ ਨਹੀਂ ਹੈ ਵੀ ਬਦਲਤਾ ਫਿਰ ਲੱਖ ਲੈ ਕੇ ਵਾਪਸ ਲਿਆਂਦਾ, ਫਿਰ ਨਵਾਂ ਬਦਲਤਾ ਫਿਰ ਲੱਖ ਲੈ ਕੇ ਫੇਰ ਲਿਆਂਦਾ, ਇਹ ਹੋਣਾ ਨਹੀਂ। ਇਟਸ ਅ ਫੁੱਲ ਪ੍ਰੂਫ ਟ੍ਰਾਂਸਫਰ ਸਿਸਟਮ, ਜਿਹੜਾ ਜਿੱਥੇ ਜਿਹੜੇ ਡਿਸਟ੍ਰਿਕਟ ਦਾ ਬੰਦਾ ਉੱਥੇ ਹੀ ਰਹੂਗਾ 7 ਸਾਲ, और जिन्हों जिन्ना इंसेंटिव होएगा उन्ना क दूर भेजांगे, जिन्ना घट होएगा जो दी मर्जी होएगी उदा ही होएगा। एटलीस्ट वो दिल दे नाल पढ़ावे ते सही। नो फीस फॉर गवर्नमेंट रिक्रूटमेंट एग्जामिनेशन एंड 1 year मिशन टू कंप्लीट अपॉइंटमेंट प्रोसेस ऑफ ऑल गवर्नमेंट वैकेंसीज। 1 लाख वैकेंसी है भरांगे और ठोक के पढ़ा, माफिया की जेब चो कट के भरांगे, चोर ही मार के करांगे, चोर की मार मां नूं मारांगे। और ये जी 1 लाख वैकेंसी है जी, अज जिन्ने भी प्रोटेस्ट करने वाले मैं बिच खड़दा हुंदा सी उन्हां दे, तुसीं देखिया होना, मैं नहीं भजिया ते मैं उन्होंने कहंदा यार ये 1000 करोड़ रुपया होवे सरकार कोल ते कोई टीचर सड़कों ते ना होवे, ते जे 3000 होवे ते मित्र प्यारिओ कोई बंदा धरने ते ना होवे। ये फैक्ट है, कोई मन्ने या ना मन्ने। Industry and trade, ending red tapeism and अफसरशाही। अफसरशाही तो चीफ मिनिस्टर चलाउंदा ना तुनके मार के, क्योंकि वही प्लम पोस्टिंग दिंदा ते वही खुडे लाइन लाउंदा, इस करके कमाऊ पुत्तां लई अफसर तगड़ा है ते जिहड़ा सिद्धू वर्गा उहनूं घरे पाउंदे आ, यही अफसरशाही है, होर तो कुछ है नहीं अफसरशाही दे विच, खास गल नहीं है। वो सिर्फ चीफ मिनिस्टर तुणका मार के चलाउंदा उन्होंने। ईज ऑफ डूइंग बिजनेस, दिस इज द मोस्ट इंपॉर्टेंट फैक्टर। हुण इहदे च सब तो इंपॉर्टेंट चीज़ है कि कोई भी टैक्स असेसमेंट है, अप्रूवल है, इंक्वायरी है, क्लियरेंस है, अमेंडमेंट ऑफ राइट टू सर्विस है, असेसमेंट है, कुछ भी है, इंक्लूडिंग इंडस्ट्रियल अप्रूवल, क्लियरेंस, ऑनलाइन पोर्टल, सिंगल विंडो सिस्टम ना होएगा। यह नहीं हो सकता भी वो सिंगल विंडो के पिछे 25 विंडोआं खुल रही ने, बंदे नूं किसी नूं उहदे साफा गल च पाया
ਤੇ ਉਹਦੀ ਹਰਾਸਮੈਂਟ ਹੋ ਰਹੀ ਹੈ ਤੇ 6-6 ਮਹੀਨੇ ਉਹਨੂੰ ਕਲੀਅਰੈਂਸ ਨਹੀਂ ਮਿਲ ਰਹੀ। ਇਟ ਵਿਲ ਬੀ ਅ ਸਿੰਗਲ ਵਿੰਡੋ ਸਿਸਟਮ that we will ensure ਕਿ ਭਾਈ ਸਰਕਾਰ ਅੱਗੇ ਵਧੇਗੀ। ਇਹਦੇ ਨਾਲ ਨਾਲ support to industry and MSMEs. Government will pay 50% labor salaries for all labor working for MSMEs. ਉਹਦੇ ਅੱਗੇ ਓਪਨ ਸੋਰਸ ਇਲੈਕਟ੍ਰਿਸਿਟੀ, ਇਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਅਸੀਂ ਆਫਰ ਕਰ ਰਹੇ ਹਾਂ। ਪੰਜਾਬ ਦੇ ਇਤਿਹਾਸ 'ਚ ਕਿਸੇ ਨੇ ਨਹੀਂ ਕੀਤਾ। ਓਪਨ ਸੋਰਸ ਇਲੈਕਟ੍ਰਿਸਿਟੀ ਦਾ ਮਤਲਬ ਹੈ ਜਿਹੜੀ ਵੱਡੀ ਇੰਡਸਟਰੀ ਹੈ ਉਹ ਪੰਜਾਬ 'ਚ ਨਹੀਂ, ਹਿੰਦੁਸਤਾਨ 'ਚੋਂ ਕਿਤੋਂ ਸਸਤੀ ਬਿਜਲੀ ਲਿਆਵੇ, ਅਸੀਂ ਟਰਾਂਸਮਿਟ ਕਰਕੇ ਉਸ ਵੱਡੀ ਇੰਡਸਟਰੀ ਨੂੰ ਦੇ ਦਿਆਂ ਵਿਦਆਊਟ ਐਨੀ ਐਕਸਟਰਾ ਚਾਰजेस। ਸਿਰਫ ਟਰਾਂਸਮਿਸ਼ਨ ਦੇ ਚਾਰजेस ਲਏਗੀ PSPCL। ਜਿੱਥੋਂ ਮਰਜ਼ੀ ਸਸਤੀ ਬਿਜਲੀ ਲੈ ਲੇ ਇੰਡਸਟਰੀ ਵਾਲਾ। ਓਪਨ ਸੋਰਸ ਇਲੈਕਟ੍ਰਿਸਿਟੀ, ਵੀ ਵਿਲ ਪ੍ਰੋਵਾਈਡ ਹਿਮ ਵਿਦ ਦੀ ਇਲੈਕਟ੍ਰਿਸਿਟੀ ਫਰੋਮ ਐਨੀਵੇਅਰ ਇਨ ਇੰਡੀਆ। ਆ ਸਾਡਾ ਕੇਜਰੀ ਭਾਈ ਪੂਰੇ ਲੋਲੀਪੌਪ ਵੰਡਦਾ, ਇਹਨੂੰ ਪੰਜਾਬ ਮਾਡਲ ਨੇ ਇੰਨਾ ਕੁ ਠੋਕਿਆ ਕਿ ਇਹਦਾ ਦਿੱਲੀ ਮਾਡਲ ਪੰਜਾਬ ਮਾਡਲ ਹੋ ਗਿਆ। ਕੁੜ ਕਿੱਲਾ ਇੰਨੀ ਛੇਤੀ ਰੰਗ ਨਹੀਂ ਬਦਲਦਾ ਜਿੰਨਾ ਇਹ ਭਰਾ ਮੇਰਾ ਬਦਲਦਾ ਹੈ। ਇਹ ਕਹਿੰਦਾ ਜੀ ਅਸੀਂ 2 ਜਾਂ 1,500 ਸਬਸਿਡੀ ਦਿੰਦੇ ਹਾਂ, ਅਸੀਂ 14,000 ਦਿੰਦੇ ਹਾਂ। ਇਹ ਇੰਡਸਟਰੀ ਨੂੰ 13 ਰੁਪਏ ਦਿੰਦਾ ਬਿਜਲੀ, ਅਸੀਂ 9 ਰੁਪਏ ਦਿੰਦੇ। ਜਿੰਨੀ ਬਿਜਲੀ ਇਹ ਫ੍ਰੀ ਦਿੰਦਾ ਅਸੀਂ ਇਹਦੇ ਨਾਲ ਵੱਧ ਦਿੰਦੇ ਹਾਂ। Reinventing the Silk Route and promoting exports to 34 Central Asian countries. And मैं categorically कह रहा साहब, ये बड़े ध्यान नाल सुनने वाली गल है। ਜਦੋਂ मैं ਅੰਮ੍ਰਿਤਸਰ ਦੇ ਨਾਲ ਲੱਗਦੇ ਸਿਲਕਨ ਰੂਟ ਦੀ ਗੱਲ ਕਰਦਾ ਤੇ ਤੁਹਾਨੂੰ ਬੜੇ ਧਿਆਨ ਨਾਲ ਸੁਣਨਾ ਚਾਹੀਦਾ। ਸੈਂਟਰ ਦੀ ਸਰਕਾਰ ਨੇ 1992 ਦੇ ਵਿੱਚ 5 ਰੁਪਏ ਡੀਜ਼ਲ ਦਾ ਰੇਟ ਰੱਖਿਆ ਸੀ। 2022 ਚ 100 ਹੋ ਗਿਆ, ਮਤਲਬ 25 ਗੁਣਾ। ਤੇ ਕਣਕ ਦਾ ਰੇਟ 330 ਸੀ 92 ਚ, 1700 ਹੋਇਆ, 5 ਗੁਣਾ ਵਧੀ MSP। ਤੇ ਮੈਂ ਆ 34 ਕੰਟਰੀਜ਼ ਵਾਲਾ ਜਿਹੜਾ ਸਿਲਕਨ ਰੂਟ ਦੀ ਗੱਲ ਕਰਦਾ ਜਨਾਬ, 1700 ਦੀ ਕਣਕ ਰੱਖੋ, 1700 ਦੀ ਕਣਕ ਰੱਖੋ ਤੇ 3000 ਦੀ ਵਿਕੇਗੀ। ਚਲੋ ਮੇਰੀ ਆਵਾਜ਼ ਆਏਗੀ। 1700 ਦੀ ਕਣਕ ਰੱਖੋ ਤੇ 3000 ਦੀ ਜਾਏਗੀ 34 ਦੇਸ਼ਾਂ ਨੂੰ, ਤੇ 3000 ਦੀ ਬਾਸਮਤੀ ਰੱਖੋ 7000 ਦੀ ਜਾਏਗੀ, ਤੇ 20 ਰੁਪਏ ਦਾ ਅਦਰਕ ਰੱਖੋ 150 ਦਾ ਜਾਏਗਾ, ਤੇ 5 ਰੁਪਏ ਦਾ ਮਟਰ ਰੱਖੋ 50 ਦਾ ਜਾਏਗਾ। ਟੁੱਟੇਗਾ ਹੀ ਨਹੀਂ। ਦੱਸੋ ਇਦੋਂ ਵਧੀਆ ਕਿਹੜੀ ਮਾਰਕੀਟ ਹੈ ਬਈ? ਫਿਰ ਅਡਾਨੀ ਦੇ ਪੋਰਟ ਤੇ 2100 ਕਿਲੋਮੀਟਰ ਦੂਰ ਦੁਬਈ ਤੋਂ ਕਿਉਂ ਜਾਵੇ ਜੀ? ਅਡਾਨੀ ਦੇ ਪੋਰਟ ਦੇ ਉੱਤੇ 20 ਕਿਲੋਮੀਟਰ ਕਿਉਂ ਨਾ ਜਾਵੇ? ਦੇਖ ਕਰਾਚੀ ਬੰਬੇ ਖੁੱਲਾ ਹੈ ਤੇ ਲਾਹੌਰ ਤੇ ਅੰਮ੍ਰਿਤਸਰ ਕਿਉਂ ਨਹੀਂ ਖੁੱਲਾ 20 ਕਿਲੋਮੀਟਰ? ਦੇਖੋ ਵੀ ਆਰ ਅ ਲੈਂਡਲੌਕਡ ਸਟੇਟ। ਸਾਡੀ ਕਿਸਮਤ ਦੇ ਉੱਤੇ ਤਾਲੇ ਲਾ ਦਿੱਤੇ ਆ। 15 specialized industrial clusters in Punjab. Please understand what I'm saying. ਕਿਤੇ ਵੀ ਸੇਮ ਕ੍ਰੌਪ ਪੈਟਰਨ ਹੋਵੇ, ਸੇਮ ਬਿਜ਼ਨਸ ਹੋਵੇ। ਜਿਵੇਂ ਰਾਜਸਥਾਨ ਦੇ ਕੋਲ ਕਪਾਹ ਹੁੰਦੀ ਹੈ, ਜਿਵੇਂ IT ਇੰਡਸਟਰੀ ਜ਼ਿਆਦਾਤਰ ਮੋਹਾਲੀ ਦੇ ਵਿੱਚ ਹੈ, ਜਿਵੇਂ ਟੂਰਿਜ਼ਮ ਅੰਮ੍ਰਿਤਸਰ 'ਚ ਹੈ। ਅਸੀਂ ਕਲਸਟਰ ਖੋਲਾਂਗੇ, ਕਲਸਟਰ ਫਾਰਮ ਡਿਵੈਲਪਮੈਂਟ ਹੋਏਗੀ ਤੇ 13 ਐਗਰੋ ਪ੍ਰੋਸੈਸਿੰਗ ਕਲਸਟਰਸ ਐਂਡ ਫਿਕਸਡ food parks for empowering farmers to directly become traders. ਚਾਹੇ ਉਹ ਡੈਰੀਵੇਟਿਵ ਇੰਡਸਟਰੀ ਹੋਵੇ ਜਿਹੜੀ ਮੈਂ ਤੁਹਾਨੂੰ ਰਾਈਸ ਬ੍ਰਾਂਡ, ਫੂਡ ਬ੍ਰਾਂਡ ਕਿਹਾ, ਚਾਹੇ ਮੈਂ ਕਿਹਾ ਪ੍ਰੋਸੈਸਿੰਗ। ਇਹ ਪ੍ਰੋਸੈਸਿੰਗ ਹੁਣ ਬਿਰਲੇ ਟਾਟੇ ਨਹੀਂ ਕਰਨਗੇ, ਪੰਜਾਬ ਦਾ ਯੂਥ ਕਰੇਗਾ। ਨੌਕਰੀ ਮੰਗੇਗਾ ਨਹੀਂ, ਨੌਕਰੀ ਦੇਗਾ। ਔਰ ਇਹਦੇ 'ਚ ਕੋਈ ਐਸੀ ਰੌਕਟ ਸਾਇੰਸ ਨਹੀਂ ਹੈ, ਸਿਰਫ ਸਰਕਾਰ ਦੀ ਪੋਲੀਟੀਕਲ ਵਿਲ ਦੀ ਲੋੜ ਹੈ। ਯੂਥ ਦੇ ਲਈ ਸਪੈਸ਼ਲ ਪ੍ਰੋਗਰਾਮ ਹੈ, ਮੈਂ ਹੁਣੇ ਡਿਕਲੇਅਰ ਕੀਤਾ। ਸਭ ਤੋਂ ਵੱਡੀ ਚੀਜ਼ creation of 1000 crore venture capital fund by the government in partnership with corporates and venture capitalists to give seed support programming. ਇਹ seed support programming ਕੀ ਹੈ ਕਿ 16 ਲੱਖ 6% ਇੰਟਰਸਟ ਦੇ ਉੱਤੇ for startups. Mohali will be the startup
and IT industry and education hub. It will be the Silicon Valley of Punjab. ये पक्का है. Collateral and interest-free loans of up to 2 lakh for home-based entrepreneurship for anyone. चाहे वो घरे बैठ के किसी तरीके का बिजनेस, मैं अगे बोल चुका है 25 तो 30 बिजनेसेस है जिन्हें क्लाउड किचन तो लैके ऐसे कितने ही बिजनेस ने. 23 वर्ल्ड क्लास स्किलिंग सेंटर्स टू बी ओपनड इन पार्टनरशिप विद द इंडस्ट्री इन पंजाब. असी इंडस्ट्री नू पार्टनर बनावांगे और नौजवानों के नाल जिन्ने भी पार्टनरशिप होंगे पंजाब सरकार पार्टनर होएगी उन्होंने. देयरफॉर इन्हां दा जिहड़ा एडिशनल ਉਹ है, मैं तुहानूं ਇਹ ਦੱਸ दियां कि जिहड़ा स्वै रोजगार प्रोग्राम है ਉਹਦੇ ਵਿੱਚ हनी जैगरी बिस्किट्स, मैन्युफैक्चरिंग ऑफ शूज मेकिंग, स्पोर्ट्स गुड्स, हैंडलूम्स, टूल्स, स्पेयर पार्ट्स, ITs, BPOs, वैबसाइट डिजाइनिंग, ये सब कुछ होएगा. जलंधर ਲਈ मैं ਤੁਹਾਨੂੰ ਦੱਸਣਾ ਚਾਹਨਾ, जलंधर 400 ਹਸਪਤਾਲ ਨੇ, ਮੈਡੀਕਲ ਟੂਰਿਜ਼ਮ ਦਾ ਹੱਬ ਹੋਏਗਾ, ਸਪੋਰਟਸ ਗੁੱਡਸ ਦਾ ਹੱਬ ਹੋਏਗਾ ਜਲੰਧਰ, ਤੇ ਫਾਊਂਡਰੀਜ਼ ਔਰ ਦਵਾਈਆਂ ਜਿਹੜੀਆਂ ਬਣਦੀਆਂ ਨੇ ਉਹਨਾਂ ਦਾ ਹੱਬ ਵੀ ਜਿਹੜਾ ਹੈਗਾ ਅਸੀਂ ਜਲੰਧਰ ਨੂੰ ਬਣਾਉਣ ਜਾ ਰਹੇ ਹਾਂ. ਇਸੇ ਤਰ੍ਹਾਂ ਅੱਡ-ਅੱਡ ਸ਼ਹਿਰਾਂ ਦੇ ਅੱਡ-ਅੱਡ ਕਲਸਟਰਸ ਸਰਦਾਰ ਮਨਮੋਹਨ ਸਿੰਘ ਦੀ ਸੋਚ ਦੇ ਨਾਲ ਅਸੀਂ ਬਣਾਵਾਂਗੇ. ਲੈਟ ਮੀ ਲੁੱਕ ਐਟ ਜਲੰਧਰ ਸਰਜੀਕਲ ਕਲਸਟਰ. ਇਟ ਵਿਲ ਬੀ ਦ ਸਰਜੀਕਲ ਕਲਸਟਰ ਐਂਡ ਕਪੂਰਥਲਾ फाउंड्री एंड जनरल इंजीनियरिंग क्लस्टर, पटियाला कटिंग टूल क्लस्टर, फतेहगढ़ साहब स्टील री रोलिंग मिल क्लस्टर, अमृतसर मेडिकल एंड टूरिज्म हब निटिंग क्लस्टर. इसे तरह ਅੱਡ-ਅੱਡ शहरों के विच बड़ी रिसर्च के नाल असी क्लस्टरां ते पहुंचे हैं. हुण मैं मेरा फेवरेट टॉपिक हजूरे वाला अभी दिखाते हैं आपको. हम कोई ऐसा हमारा लुधियाना है, कोई पराया है क्या जो उसको मैंने ट्वीट डाला था, वो किसको डाला था जरा बताएं. एलॉन मस्क को डाला था जो इलेक्ट्रिक व्हीकल वो कहाँ है यार, माला तो मेमोरी को थोड़ा सा जरा कुरे दो है. और ये मैं आपको बता देता हूँ, लुधियाना विल बी इलेक्ट्रिक व्हीकल्स, ऑयल एक्सपेलर्स एंड पार्ट क्लस्टर, गारमेंट्स क्लस्टर, ऑटो टेक क्लस्टर, फाउंड्री क्लस्टर, स्यूइंग मशीन्स क्लस्टर. कुछ नहीं छोड़ा दोस्त, रिसर्च करके किया. अब मैं अपने फेवरेट टॉपिक पे आता हूं, स्पोर्ट्स. महाराज हर पिंड दे विच जड़ी शामलाट दी जमीन पॉलिटिशियन दबण नूं फिरदा है, नहीं दबण देंगे. ते मिनिमम 500 तो 1000 गज जमीन दे विच एक बास्केटबॉल का नैट, एक बैडमिंटन का नैट ते एक कुश्ती कबड्डी वाला अखाड़ा जिथे हैट कौडी ये मैंडेटरी है. भाई जे असी ये खेडण दे मैदान दिते होंदे छोटे मोटे भी ते कोई नौजवान नशे वाल ना वधदा. वी हैव नॉट गिवन टैलेंट अपॉर्चुनिटी, वी हैव नॉट गिवन हिम स्किल एंड वी हैव नॉट गिवन हिम द हाई दैट ही गेट्स फ्रॉम कोकेन. स्वामी विवेकानंद ने कहा सी जे रब नूं लभना तो फुटबॉल फील्ड च मिलेगा. किसी भी नौजवान ਉਹਦੀ शक्ति ਨੂੰ सही दिशा ਦੇ ਵਿੱਚ ਸੰਚਾਲਿਤ ਕਰਦੀ ਹੈ. एवरी 10 ਵਿਲੇजेस टू हैव अ स्टेडियम विदाउट सीडीज. ਉਹ ਪੌੜੀਆਂ ਪਾ ਕੇ ਪੈਸੇ ਖਾ ਜਾਂਦੇ. ਸਿੱਧਾ ਗਰਾਊਂਡ ਸਟੇਡੀਅਮ ਹੋਏਗਾ, ਉਹਦੇ ਵਿੱਚ ਸਿੰਥੈਟਿਕ ਟਰੈਕ ਰਨਿੰਗ ਵਾਸਤੇ ਹੋਏਗਾ ਤੇ ਵਿੱਚ ਇੱਕ ਐਸਟ੍ਰੋਟਰਫ ਲੱਗੀ ਹੋਏਗੀ, ਚਾਹੇ ਫੁੱਟਬਾਲ ਖੇਡੋ ਚਾਹੇ ਹਾਕੀ ਤੇ ਚਾਹੇ ਐਥਲੈਟਿਕਸ ਜਿੰਨੀ ਮਰਜ਼ੀ ਕਰੋ. ਤੇ 4 ਅਕੈਡਮੀਆਂ, 2 ਮਾਲਵੇ 'ਚ, 1 ਮਾਝੇ 'ਚ, 1 ਦੁਆਬੇ 'ਚ, ਸਪੋਰਟਸ ਅਕੈਡਮੀਜ਼. कैच दैम यंग. ਜਿਹੜਾ भी यंगस्टर इंटरनेशनल लैवल का होएगा सरकार उन्होंने एडमिशन लैके देगी, उन्होंने स्कॉलरशिप देगी तो उन्होंने माझे मालवे और दुआबे वाली अकैडमी दे विच कनैक्ट करके एजुकेशन देगी. 4 अकैडमीज टू कम अप. कोई यूनिवर्सिटियां ने यूनिवर्सिटियां के पत्थर पुत्तर नहीं रखने, असीं बना देनियां ने. तो सर पंजाब दी मीडिया वास्ते कुछ नहीं रखिया. पंजाब दी मीडिया के वास्ते असीं डल्ला साहब रखे.
ਵੇਖਿਆ ਕਿਸੇ ਦਿਨ ਟਾਈ ਹੁੰਦੀ ਹੈ ਤੇ ਕਿਸੇ ਦਿਨ ਦੂਆ ਹੁੰਦਾ, ਤੁਸੀਂ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰਨਗੇ ਕਿੱਥੇ ਕੀ ਮਿਲੇਗਾ, ਕਿੱਥੇ ਅਸੀਂ ਕੀ ਦੱਬਿਆ। ਹਾਂਜੀ, ਉਸ ਤੋਂ ਬਾਅਦ ਅਸੀਂ NRI ਤੇ ਆਉਂਦੇ ਹਾਂ। ਸਰ ਇਹ ਦੁਆਬਾ ਹੈ, NRIਆਂ ਦਾ ਗਾੜਾ ਹੈ। ਲੋਕ ਜਿੱਥੇ NRIs ਨੂੰ ਮਨੀ ਬੈਗਸ ਦੇਖਦੇ ਆ, ਕੇਜਰੀਵਾਲ ਦੁਆਰਾ ਨਹੀਂ ਜਾ ਸਕਦਾ ਕੈਨੇਡਾ, ਉਹ ਜੁੱਤੇ ਲੈ ਕੇ ਖੜੇ ਆ ਤੇ ਹਿਸਾਬ ਮੰਗਦੇ ਆ, ਤੇ ਸਿੱਧੂ ਕਦੇ 500 ਰੁਪਏ ਦੀ ਪਲੇਟ ਲਈ ਗਿਆ ਨਹੀਂ ਕਿਤੇ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਵੀ ਡੂ ਨਾਟ ਸੀ them as just money bags. We see them as powerhouses of knowledge. We see them as enablers. We see them with people with ideas who are connected soulfully to Punjab. ਅਸੀਂ ਇੱਕ ਜਨਰੇਸ਼ਨ ਮਿਸ ਕਰਕੇ ਤੇ ਅਸੀਂ ਬਹੁਤ ਕੁਝ ਮਿਸ ਕਰ ਜਾਏ, ਕਿਉਂਕਿ ਜੇ ਉਹਨਾਂ ਦੇ ਬੱਚੇ ਵੱਡੇ ਹੋ ਗਏ, ਉਹ ਇੱਥੇ ਗਲੀਆਂ 'ਚ ਨਹੀਂ ਖੇਲੇ, ਉਹਨਾਂ ਦੀ ਆਤਮਾ ਇੱਥੇ ਨਹੀਂ ਵਸਦੀ, ਉਹ ਤੇ ਉੱਥੇ ਹਾਈ ਬਾਈ CI ਕਰਨਗੇ। ਫਿਰ therefore Punjab model wants to make them as shareholders in Punjab's development and revival. Contribution is not necessarily money, it is knowledge, ideas and connection. ਅਸੀਂ सम्मान देंगे ਤੇ ਉਹਨਾਂ ਨੇ ਅਰਮਾਨਾਂ ਨੂੰ ਖੰਭ ਦੇਾਂਗੇ। ਮੈਂ ਤੁਹਾਡੇ ਨਾਲ ਅੱਜ ਗੱਲ ਕਰਨਾ ਚਾਹਨਾ ਜਿਹੜੀ ਸ਼ਾਇਦ ਕਿਸੇ ਨੇ ਵੀ ਨਾ ਕੀਤੀ ਹੋਵੇ, ਰਿਸਰਚ ਡਰਿਵਨ। What are their problems? Their problems are legal rights are not protected. One, almost 10,000 NRIs are involved in litigation pertaining to property cases. Delay and obstacles in processes due to bureaucratic hurdles. Invest ਕਰਨ ਆਉਂਦੇ ਨੇ 2-3 ਮਹੀਨੇ, ਅਫਸਰਾਂ ਦੇ ਚੱਕਰ ਵੀ ਫਸ ਜਾਂਦੇ ਆ ਤੇ ਫਰਸਟ੍ਰੇਟ ਹੋ ਕੇ ਭੱਜ ਜਾਂਦੇ। Lack of professional advice, financial discrimination ਤੇ marital matrimonial disputes and exploitation. These are the problems that they face. The idea I have in mind, and I'm open to any idea from Paji, from anybody, is protection. Number one, protection of legal rights. There is a mechanism that I've set up with a lot of consultation, ਲੋਕਾਂ ਦੇ ਨਾਲ, stakeholders ਦੇ ਨਾਲ, a separate tribunal dealing with illegal usurping of NRI properties in their absence. One, fast track courts for NRI. Fast track courts, separate tribunal, enabling improvement in online transactions like Intakal, Takseem, ensuring NRIs can effect their transactions sitting abroad on digital portals. This is the power of digital Punjab. Legal Aid Center, 24/7 helpline for NRIs. Complaints regarding matrimonial issues to be assigned to the legal team of the state under the advocate general for quick action in 30 days. ਹੁਣ ਸਭ ਤੋਂ ਵੱਡਾ ਪੁਆਇੰਟ, ਪੰਜਾਬ doesn't have a database of NRIs. ਕੋਈ database ਨਹੀਂ ਹੈ. We will create an NRI commission, single point contact for NRIs. ਇਹ ਥਾਣੇਦਾਰ ਕੋਲ ਨਹੀਂ ਜਾਏਗਾ, ਕਿਸੇ SSP ਕੋਲ ਨਹੀਂ ਜਾਏਗਾ. Such as a guarantee grievance redressal within 30 days to invest assistance and the protection of his rights. ਚਾਹੇ ਉਹਨੇ ਇਨਵੈਸਟਮੈਂਟ ਕਰਨੀ ਹੈ, ਚਾਹੇ ਲੀਗਲ ਪ੍ਰੋਟੈਕਸ਼ਨ ਲੈਣੀ ਹੈ, NRI commission, single point contact, and he goes to no one. We do not have a database of NRIs. Having a database in first place is very important. Then we can connect our youth with the established NRI for mentorship, guidance and partnership. Not only that, Punjab youth ਜਿਹੜਾ ਵੀ ਹੈ ਉਹਨੂੰ guidance ਚਾਹੀਦੀ ਹੈ, and the NRIs can lead him. NRI ਕੋਲ ਕਾਰਡ ਹੋਏਗਾ, single stop for non-residents to connect with the Punjab government. The multi-purpose photo identity card entitles every NRI to avail all these services and facilities offered by the government of Punjab. Eco card. NRI card holders will be given special preference to government offices, tehsils and redressal of all issues. ਇਹ ਜੀ NRIਆਂ ਦਾ
साडा प्रोग्राम है। बहुत बहुत तुहाडा धन्नवाद। ये 13 पॉइंट सी बाबे नानक दे उस गुरुद्वारे तो प्रेरित जिथे उन्होंने 13 तोलिया सी। द पावर ऑफ द पीपल मस्ट रिटर्न टू द पीपल। मैं भाजी तो माफ़ी मंगदा क्योंकि पूरा पूरा का पूरा इन्हां दे सामने ये महाराज रिंग मास्टर ने, इस करके इन्हां कोल पूरा असी इन्हां दे सामने, साडे वड्डे भी ने सीनियर भी ने, इन्हां दे सामने पूरे का पूरा पंजाब नूं देना सी। हुण मैं माइक भाजी नूं दे रहा। मेरियां बखियां भी चढ़ गई थोड़ी जिहियां, इस करके lend him your ears. नहीं, lend him your ears and please listen to him whatever he has to say. कोई रह गया? मीडिया से कह दो केबल रेगुलेटरी कमीशन थोड़े पैसे बचा करना किहड़े जुआर लैंदा है। हाँ, मीडिया वास्ते केबल रेगुलेटरी कमीशन थोड़े पूरे पैसे बचणगे, जुआर नूं नहीं देने पैणे। लो बहुत ही सत्कारयोग साडे पंजाब प्रदेश कांग्रेस के प्रधान ऊपर कर लो भाई, छोटे वीर सर नवजोत सिंह सिद्धू जी, अपने शेरगंज साहब, सारे ही प्रेस के वीरों। इस तरह कि अज प्रधान जी चाहते सी कि असीं बैठ के जो मैनीफेस्टो कांग्रेस का आना है कि बारे चंगी तरह चर्चा कर सकीए। एक दिन पहले भी मीटिंग हुई है, साडी दूसरी मीटिंग है, तुसीं उन्हां दे सारे विचार सुने ने। जिहड़ा साडा मैनीफेस्टो है बेसिकली हफ्ते तैयार ही है, बट इनू 5-7 दिनों असीं रिलीज़ करांगे। इसे गल कारण टाइम प्रधान जी को दिता गया सी। मैं उस दिन बोलांगा जिस दिन रिलीज़ हो। एक गल मोटे तौर पर समझ लो, इन्होंने जिहड़ा विजन दिता है ये कांग्रेस का विजन, ये किसी इंडिविजुअल का विजन नहीं। कांग्रेस नूं 75 साल राज करदिआं नूं 70-75 साल देश को आज़ाद होया नूं होए ने। आज़ादी विच नुमाया रोल अदा किया। तो उस तो बाद जिस पोजीशन च भी अज हिंदुस्तान, मोदी साहब भावें जो मर्जी कहन, पर सारे लोगों को पता है कि विजन जिहड़ा है कांग्रेस की लीडरशिप ने। एक वक्त सी चंद्रशेखर जी के वेले जदों हिंदुस्तान का सारा सोना भी बैंक ऑफ इंग्लैंड को नीलाम हो गया सी, विद इन ईयर्स कांग्रेस की सरकार ने सोना भी वापस लिया तो हिंदुस्तान में एक बार फिर सोने की चिड़िया बनाने की जोर कोशिश की। साहब मनमोहन सिंह जी ने भी की, राव साहब ने भी की। हुण बेनती ये है कि मोटे तौर सर नवजोत सिंह सिद्धू जी दे इस आइडिया नाल मैं सहमत है कि पंजाब की लुट होंदियां नूं बहुत लंबा टाइम हो। पंजाब दे लोग ते पंजाब दी गुरुआं पीरां पैगंबरां दी ते सूरबीरां दी धरती। असीं चाहते हैं लोग दुखी हो चुके, कोई इहो जिहा मॉडल लैके आईए कि पंजाब जिहड़ा 1 नंबर का सूबा सी, शाह प्रताप सिंह कैरों, पंडित जवाहर लाल नेहरू जी के वेले, अज असीं 16वें 17वें नंबर पर चले। जिहड़े साडे तो बाद साडे विचों जिहड़े सूबे नवे आए, हरियाणा आया, हिमाचल आया, अज वो तुसीं बहुत सारे पैरामीटर साडे नूं किते बैठे ने, गवर्नेंस उत्थे बैठे। तो असीं चाहांगे कि लोगों की लुट खसुट बंद करिए। एक बहुत वड्डी गल है जिहड़ी किसी ने ध्यान नहीं किया, किसी सियासी पार्टी ने, किसी सियासी लीडर ने गल नहीं की। पिछले 50 सालों च मेरे वीरों चंगी तरह सुन लो इस गल, 75 लाख तो ज़्यादा साडे पंजाबी जिहड़े ने बाहरले मुल्कां चले गए। हर साल 1.5 लाख पंजाबी खुद भी जा रहा। साडा बेस्ट सीट जिहड़ा डॉक्टर्स ने, इंजीनियर्स ने, डेंटिस्ट ने, IT दे टैक्नोलॉजिस्ट ने, वो सारे दे सारे बाहर जा रहे। 25,000 करोड़ की जायदाद हर साल पंजाब की बाहरले देशों जा रही। मैनू इस गल का नवजोत जी वड्डा खदशा है कि जे यही काम चलता रहा 30 सालों तक पंजाब दे विच घट गिनती च हो जाना। वो बाहरला बंदा आके पंजाब दे जिथे महाराजा रणजीत सिंह राज करता रहा, ये वो राज करनगे। सानू इहनू रोकण दी लोड़। असीं रोक तां पावांगे जे असीं इत्थे ऑनेस्ट अपराइट एडमिनिस्ट्रेशन दे, जे रिफॉर्म्स लैके आवां। जे तुसीं चेंज लैके आना चाहो तो आ सकदे, तो असीं लैके आवां। मैं इस गल का तुहानू विश्वास दिवाना चाहना कि साडे ये जिहड़ा मैनीफेस्टो आएगा, ये हमेशा वास्ते पंजाब की तकदीर इहदी जिहड़ी शक्ल है वो बदल के रख दे। तो ये तुहानू असीं प्रॉमिस करने आ। बाकी मेरी गलबात चीफ मिनिस्टर नाल भी हो चुकी है, सर चरणजीत सिंह चन्नी जी नाल, प्रधान जी नाल भी हो चुकी है। बहुत सारे स्टेक होल्डर्स जिहड़े उन्होंने असीं गल कर ली है।
ਇਹ ਜਿਹੜਾ ਮੈਨੀਫੈਸਟੋ ਹੋਏਗਾ ਇਹਦੇ ਤੇ ਸਮੁੱਚਾ ਪੰਜਾਬੀ ਜਗਤ ਜਿਹੜਾ ਇਸ ਤੋਂ ਖੁਸ਼ ਵੀ ਹੋਏਗਾ, ਪ੍ਰਾਊਡ ਵੀ ਹੋਏਗਾ। ਅਸੀਂ ਹਰ ਸੈਕਸ਼ਨ ਇਮਾਨਦਾਰੀ ਨਾਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਉਹ ਗੱਲ ਕਰਾਂਗੇ ਜਿਹੜੀ ਅਸੀਂ ਨੇਪਰੇ ਚਾੜ ਸਕਾਂ। ਕੋਈ ਇੱਥੇ ਇਹੋ ਜਿਹਾ ਪ੍ਰੋਮਿਸ ਨਹੀਂ ਕੀਤਾ ਜਾਏਗਾ ਜਿਹੜਾ ਆਉਂਦੇ ਟਾਈਮ 'ਚ ਗਲਤ ਸਾਬਤ ਹੋਏਗਾ। ਪੰਜਾਬ ਬਦਲੇਗਾ, ਪੰਜਾਬ ਦੀ ਤਸਵੀਰ ਬਦਲੇਗੀ, ਪੰਜਾਬ ਦੀ ਸ਼ਕਲ ਬਦਲੇਗੀ। ਇਹੀ ਟੀਚਾ ਇਸ ਟਾਈਮ ਸਾਡੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਦਾ। ਤੋਂ ਇੰਨਾ ਹੀ ਕਹਿੰਦੇ ਹੋਏ ਮੈਂ ਤੁਹਾਨੂੰ ਯਕੀਨ ਦਿਵਾਨਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਕਾਂਗਰਸ ਦਾ ਮੈਨੀਫੈਸਟੋ ਹੋਏਗਾ ਉਹ ਹਰ ਵਰਗ ਇਸ ਗੱਲ ਤੇ ਖੁਸ਼ ਹੋਏਗਾ ਕਿ ਹਰ ਵਰਗ ਦਾ ਧਿਆਨ ਕੀਤਾ ਗਿਆ। ਇੱਕ ਵੱਡੇ ਪੈਮਾਨੇ ਤੇ ਚੇਂਜ ਜਿਹੜੀ ਪੰਜਾਬ ਲੱਭਦਾ ਸੀ ਉਹ ਕਾਂਗਰਸ ਤੋਂ ਇਲਾਵਾ ਦੇਖੋ ਇੱਕ ਚੰਗੀ ਤਰ੍ਹਾਂ ਸਮਝ ਲਓ ਇਸ ਗੱਲ, ਨਵੇਂ ਐਕਸਪੈਰੀਮੈਂਟ ਕਰਨ ਦਾ ਕੋਈ ਆਈਡੀਆ। ਮੱਝ ਵੇਚ ਕੇ ਘੋੜਾ ਖਰੀਦਣ ਦਾ ਕੋਈ ਫਾਇਦਾ ਨਹੀਂ। ਦੁੱਧ ਪੀਣੋਂ ਜਾਈਏ ਤੇ ਲਿੱਦ ਚੁੱਕਣੀ ਪਏ। ਇਹ ਜਿਹੜੀਆਂ ਆਲਰੇਡੀ ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਸਟੈਬਲਿਸ਼ ਜਮਾਤਾਂ ਨੇ, ਜਿਨ੍ਹਾਂ ਦੇ ਕ੍ਰੈਡੀਬਿਲਿਟੀ ਹੈ, ਜਿਨ੍ਹਾਂ ਨੇ ਆਪਣੇ ਗਵਰਨ ਕਰਕੇ ਵਿਖਾਇਆ, ਉਹਨਾਂ ਪਿੱਛੇ ਲੱਗੇ। ਨਵੇਂ ਐਕਸਪੈਰੀਮੈਂਟ ਨਾ ਕਰੀਏ। ਨਵੇਂ ਐਕਸਪੈਰੀਮੈਂਟਸ ਕੁਝ ਨਹੀਂ ਹੈ। ਅਸੀਂ ਹੀ ਮੈਂ ਯਕੀਨ ਦਿਵਾਨਾ ਚਿਹਰਾ ਮੋਹਰਾ ਬਦਲਾਂਗੇ। ਪਹਿਲੀ ਹਰੀ ਕ੍ਰਾਂਤੀ ਵੀ ਕਾਂਗਰਸ ਲੈ ਕੇ ਆਈ ਸੀ, ਦੂਜੀ ਹਰੀ ਕ੍ਰਾਂਤੀ ਵੀ ਜਿਹੜੀ ਇਹ ਵੀ ਕਾਂਗਰਸ ਹੀ ਲੈ ਕੇ ਆਏਗੀ, ਪੰਜਾਬ 'ਚ ਚੇਂਜਸ ਕਰੇਗੀ। ਸੋ ਮੈਂ ਪ੍ਰਧਾਨ ਜੀ ਦਾ ਹੀ ਮਸ਼ਕੂਰ ਹਾਂ ਕਿ ਉਹਨਾਂ ਨੇ ਆਪਣਾ ਜਿਹੜਾ ਬਹੁਤ ਲੰਬੀ ਰਿਸਰਚ ਇਹਨਾਂ ਕੀਤੀ ਹੈ ਉਹ ਪੰਜਾਬ ਦੀ ਬਿਹਤਰੀ ਵਾਸਤੇ ਤੁਹਾਡੇ ਸਾਹਮਣੇ ਉਹਨਾਂ ਰੱਖੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵੇਲ ਕਰਦੇ ਹੋਏ ਚੰਦ ਦਿਨਾਂ ਦੇ ਵਿੱਚ ਇਹ ਜਿਹੜਾ ਹੈ ਅਸੀਂ ਆਪਣਾ ਮੈਨੀਫੈਸਟੋ ਸਾਹਮਣੇ ਰੱਖਾਂਗੇ। ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਇੱਕ ਸਵਾਲ ਜੋ ਸਿੱਧੂ ਸਾਹਿਬ ਨੂੰ ਅਸੀਂ ਬਾਰ-ਬਾਰ ਕਰਦੇ ਰਹੇ ਕਿ ਇਹ ਮੈਨੀਫੈਸਟੋ ਦਾ ਹਿੱਸਾ ਹੋਏਗਾ। ਤੁਸੀਂ ਮੋਟੇ ਤੌਰ ਤੇ ਦੱਸ ਦਿਓ ਕਿ ਸਿੱਧੂ ਸਾਹਿਬ ਨੇ ਜਿਹੜੇ 13 ਪੁਆਇੰਟਸ ਦਿੱਤੇ ਨੇ ਉਹ 13 ਪੁਆਇੰਟਸ ਦੇ ਵਿੱਚੋਂ ਕਿੰਨੇ ਕੁ ਤੁਸੀਂ ਮੈਨੀਫੈਸਟੋ 'ਚ ਸ਼ਾਮਲ ਕਰ ਰਹੇ ਹੋ ਜਾਂ ਕਿਸ ਤਰ੍ਹਾਂ ਦੇ ਨਾਲ ਐਡੀਸ਼ਨ ਕਿਵੇਂ ਹੋ ਰਹੀ ਹੈ? ਛੋਟੇ ਵੀਰ ਇਸ ਤਰ੍ਹਾਂ ਪ੍ਰਧਾਨ ਜੀ 1 ਘੰਟਾ ਬੋਲਿਆ, ਮੈਨੀਫੈਸਟੋ ਦਾ ਚੇਅਰਮੈਨ 2 ਮਿੰਟ ਬੋਲਿਆ। ਤੁਸੀਂ ਸਮਝਦੇ ਹੋ ਕਿ ਬਿਨਾਂ ਗੱਲੋਂ ਹੀ ਬੋਲਦੇ ਰਹੇ। ਜੇ ਇਹਨਾਂ ਦਾ ਹਿੱਸਾ ਨਾ ਹੀ ਬਣਨਾ ਹੁੰਦਾ। ਮੈਂ ਨਾ ਹੀ ਨਹੀਂ ਗੱਲ ਕਹੀ, ਮੈਂ ਕਹਿ ਰਿਹਾ ਕਿੰਨੇ ਕੁ ਪੁਆਇੰਟਸ ਤੁਸੀਂ ਜਾਂ ਟੋਟਲੀ ਇਹਨਾਂ ਦੇ 13 ਹੋਣਗੇ ਤੇ 5-7 ਸਾਡੇ ਵੀ ਹੋਣਗੇ। ਸਾਰਾ ਕੁਝ ਆਏਗਾ। ਕੁਝ ਚੀਜ਼ਾਂ ਮਿਸ ਵੀ ਹੋਈਆਂ ਨੇ ਉਹ ਵੀ ਅਸੀਂ ਵਿੱਚ ਪਾਵਾਂਗੇ। ਸੋ ਬੇਸਿਕਲੀ ਜਦੋਂ ਵੀ ਵੇਖੋ ਵੈਲ ਮੀਨਿੰਗ ਪੰਜਾਬ ਦਾ ਭਲਾ ਚਾਹੁੰਦੇ, ਜਦੋਂ ਬੰਦਾ ਵੈਲ ਮੀਨਿੰਗ ਹੋਏ, ਪੰਜਾਬ ਦਾ ਭਲਾ ਚਾਹੁੰਦਾ ਹੋਏ, ਉਹਨਾਂ ਦੀ ਸਾਰੀ ਗੱਲ ਨੂੰ ਸਮੁੱਚੀ ਪਾਰਟੀ ਜਿਹੜੀ ਬੜੀ ਗੰਭੀਰਤਾ ਨਾਲ ਵਿਚਾਰ ਰਹੀ ਹੈ। ਐਂਡ ਥੀਸ ਆਰ ਵੈਰੀ ਵੈਲ ਰਿਸਰਚਡ ਪੁਆਇੰਟ। ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਕਿ ਹਵਾ ਦੇ ਵਿੱਚ ਲੋਕਾਂ ਨੂੰ ਮਿਸਲੀਡਿੰਗ ਨਹੀਂ। ਦੇਖੋ ਤੁਹਾਨੂੰ ਸਿੱਧੂ ਸਾਹਿਬ ਦੀ ਕਮਿਟਮੈਂਟ ਵੀ ਪਤਾ ਤੇ ਸਾਡੀ ਵੀ ਪਤਾ। ਜਿਹੜੀ ਗੱਲ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ, ਪੰਜਾਬ ਦੀ ਬਿਹਤਰੀ ਵਾਸਤੇ ਕਰਾਂਗੇ, ਆਉਣ ਵਾਲੇ ਭਵਿੱਖ ਵਾਸਤੇ ਕਰਾਂਗੇ। ਸਾਡੀ ਜ਼ਿੰਦਗੀ ਦੇ ਕਿੰਨੇ ਸਾਲ ਹੋ ਰਹੇ ਗਏ। ਸੋ ਇਸ ਗੱਲ ਕਾਰਨ ਅਸੀਂ ਵੀ ਚਾਹੁੰਦੇ ਹਾਂ ਸਾਡੀ ਛਾਪ ਇੱਥੇ ਜਾਏ ਕਿ ਕੁਝ ਬੰਦੇ ਅਜੇ ਵੀ ਇਸ ਕਿਸਮ ਦੇ ਵੈਲ ਮੀਨਿੰਗ ਐਸੀ ਜਿਨ੍ਹਾਂ ਨੇ ਪੰਜਾਬ ਦੀ ਤਕਦੀਰ ਤੇ ਸ਼ਕਲ ਬਦਲੀ। ਅਸੀਂ ਇਹ ਚਾਹਾਂਗੇ ਲੌਂਗ ਟਾਈਮ ਸਾਡੀ ਇਹ ਛਾਪ ਜਾਣੀ ਚਾਹੀਦੀ ਹੈ। ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਨਵਜੋਤ ਸਿੰਘ ਸਿੱਧੂ ਨੇ ਵੀ ਹਰ ਪੋਜੀਸ਼ਨ ਵੀ, ਤੁਹਾਡੇ ਦਾਸ ਨੇ 4 ਚੀਫ ਮਿਨਿਸਟਰਾਂ ਨਾਲ ਕੈਬਨਿਟ 'ਚ ਮਿਨਿਸਟਰ ਰਹਿ ਲਿਆ, ਲੋਕ ਸਭਾ 'ਚ ਰਹਿ ਲਿਆ, ਰਾਜ ਸਭਾ 'ਚ ਰਹਿ ਲਿਆ, ਪਾਰਟੀ ਦਾ ਪ੍ਰਧਾਨ ਰਹਿ ਲਿਆ। ਤਾਂ ਕਿਸੇ ਗੱਲ ਦੀ ਕੋਈ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਕਮੀ ਪੇਸ਼ੀ ਹੈ ਨਹੀਂ। ਅਸੀਂ ਇੰਨਾ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਹਮੇਸ਼ਾ ਵਾਸਤੇ ਲੋਕ ਇਸ ਗੱਲ ਦਾ ਜਿਹੜਾ ਪੋਲੀਟੀਸ਼ੀਅਨਸ ਤੇ ਪੋਲੀਟੀਕਲ ਕਲਾਸ ਤੇ ਜਿਹੜਾ ਕੁਐਸਚਨ ਮਾਰਕ ਉਠਾ ਰਹੇ ਨੇ ਉਹ ਹਟਣਾ ਚਾਹੀਦਾ। ਲੋਕਾਂ ਦਾ ਫੇਥ ਇੱਕ ਵਾਰ ਫੇਰ ਰੀਸਟੈਬਲਿਸ਼ ਕਰਨਾ ਜਿਹੜਾ ਉਹ ਕਾਂਗਰਸ ਤੋਂ ਇਲਾਵਾ ਤੇ ਕਾਂਗਰਸੀ ਲੀਡਰਸ਼ਿਪ ਤੋਂ ਇਲਾਵਾ ਨਹੀਂ ਹੋ ਸਕਦਾ। ਇਹ ਅਸੀਂ ਕਰਕੇ ਵਿਖਾਵਾਂਗੇ। ਸੋ ਪ੍ਰਧਾਨ ਜੀ ਦੇ ਹਰ ਇਹ ਜਿਹੜੇ ਦਿੱਤੇ ਹੋਏ ਇਹਨਾਂ ਦੇ ਵੈਲ ਰਿਸਰਚ ਇਹ ਸਾਰੇ ਪੁਆਇੰਟਸ ਨੇ ਉਹ ਆਲਮੋਸਟ ਤੁਸੀਂ ਸਮਝੋਗੇ ਜਦੋਂ ਸਾਡਾ ਮੈਨੀਫੈਸਟੋ ਬਾਹਰ ਆਏਗਾ ਤੁਸੀਂ ਵੇਖੋਗੇ ਕਿ ਹਰ ਚੀਜ਼ ਨੂੰ ਅਸੀਂ ਬਕਾਇਦਾ ਤੌਰ ਸੀਰੀਅਸਲੀ ਲੈਂਦੇ ਹੋਏ ਬਿਕੋਜ਼ ਦੇ ਵੈਰੀ ਵੈਲ ਰਿਸਰਚ ਐਂਡ ਵੈਲ ਮੀਨਿੰਗ ਐਂਡ ਇਹਦੇ ਨਾਲ ਹੀ ਚੇਂਜਸ ਆਉਣਗੇ। ਅਸੀਂ ਜਿਹੜੀ ਪੰਜਾਬ ਦੇ ਵੱਡੇ ਪੈਮਾਨੇ ਤੇ ਲੁੱਟ ਖਸੁੱਟ ਹੋ ਰਹੀ ਉਸ ਨੂੰ ਰੋਕਣ ਦਾ, ਉਹਦਾ ਸਾਰੀ ਲੀਕੇਜ ਹਟਾਉਣ ਦਾ, ਸੋ ਦੈਟ ਉਹ ਪੈਸਾ ਜਿਹੜਾ ਪੰਜਾਬ ਦੇ ਲੋਕਾਂ ਦੀ ਜੇਬਾਂ ਦੇ ਜਾਂ ਅਫਸਰਸ਼ਾਹੀ ਦੀ ਜੇਬਾਂ ਦੇ ਬਜਾਏ ਜਾਂ ਕੁਝ ਮਿਡਲਮੈਨ ਦੀ ਜੇਬਾਂ ਦੇ ਬਜਾਏ ਇਹ ਪੰਜਾਬ ਦੇ ਖਜ਼ਾਨੇ 'ਚ ਆਉਣਾ ਚਾਹੀਦਾ ਪੈਸਾ। ਇਹਨਾਂ ਦੀ ਸੋਚ ਵੀ ਹੈ, ਸਾਡੀ ਸੋਚ ਵੀ ਹੈ, ਪੰਜਾਬ ਦੇ ਨੌਜਵਾਨਾਂ ਦੀ ਸੋਚ ਵੀ ਹੈ, ਦੁਨੀਆ ਭਰ 'ਚ ਬੈਠੇ ਪੰਜਾਬੀ ਜਿਹੜੇ बहुत कामयाब। हाँ जी, ये तो जो सिद्धू साहब का ये एजेंडा है, इसके लिए तो आपको इनको सीएम बनाना पड़ेगा, अदरवाइज ये पॉसिबल नहीं नजर आ रहा है। देखिए मेरी एक बात इसको मजाक में मत क्या कर रहे हैं। सीएम बनना इम्पोर्टेंट नहीं, पंजाब को बचाना। सीएम तो आपको पता है एक प्रोसेस है, पहले लोग मेजॉरिटी देंगे, उसके बाद आपको पता है सीएलपी होती है, सीएलपी में व्यूज लिए जाते हैं, पार्टी हाईकमान फिर फैसला करती है। ये तो कोई ऐसी बात नहीं,
एंड ये भी त्यागी, त्याग करने वाले, इतनी इनको भी इतनी ज़्यादा वो जैसे कहते हैं ना, इतनी नहीं है वो तड़प कि मैं इस तड़प इसी बात की है कि जो लोगों ने इतना बड़ा प्यार किया है, हमारे कंधों पर बोझ डाला है, तो वो जो उनका हमारे पर भरोसा है, वो भरोसा टूटना चाहिए। ये सीएम बनना या ना बनना, ये बड़ी, आप मुझे बताएं, जयप्रकाश नारायण कभी सीएम बने थे? विनोबा भावे जी कभी सीएम बने थे? महात्मा गांधी कहाँ सीएम बने थे? सो ये आप उस बात पर देखो, इससे मजाकिया बात बन, इससे ये होता है कि जिस आदमी ने ईमानदारी से अपनी बात रखी, उसको हम कहीं और घुमाकर पहुंचाना चाहते हैं। वही आपका पिछले 5 साल ईमानदारी के साथ अपनी बात रखता रहा है, चाहे वो जुझार केबिल वाले की बात हो या जो कुछ भी हो। यू नो दैट वेरी वेल कि इन्होंने 6 महीने जब ये लोकल बॉडी सीएम थे, इन्होंने पूरी लोकल बॉडी एमएलए को लगा दिया था कि एक केबिल। एक मिनट मेरी बात सुनिए, अगर आपकी गवर्नमेंट ने क्या उसमें रिजल्ट आप, मैं भी उसी गवर्नमेंट से बाहर हूं, जिसकी सजा ये भुगत रहे, मैं भी वही भुगत रहा हूँ, इसीलिए मुझे मैनिफेस्टो कमेटी का चेयरमैन बनाया। अगर जिसने इम्प्लीमेंट नहीं किया वो पार्टी से बाहर, अगर वो इम्प्लीमेंट करता, हम बाहर होते, वो अंदर होता। अब हम अंदर है, वो बाहर है, तो इसीलिए हम इम्प्लीमेंट करेंगे, ये मैं यकीन। नहीं ਭਾਜੀ ਦੇਣਗੇ ਸਵਾਲ ਉੱਤਰ ਅੱਜ ਭਾਜੀ ਮੈਨੂੰ ਪੁੱਛਦੇ ਰਹੋ, ਆਇਦਾ ਦੇਣ, ਇਹਨਾਂ ਨੂੰ ਬਹੁਤ ਸਵਾਲ। ਸੁਪਰੀਮ ਕੋਰਟ ਨੇ ਇੰਸਟਰਕਸ਼ਨ ਪਾਸ ਆਨ ਕੀਤੀ ਹੈ ਰਿਗਾਰਡਿੰਗ ਵਾਅਦੇ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ, ਝੂਠੇ ਵਾਅਦੇ ਨਹੀਂ ਕੀਤੇ ਜਾਣੇ ਚਾਹੀਦੇ। ਲੋਕਾਂ ਦਾ ਪੈਸਾ ਲੋਕਾਂ ਸੁਪਰੀਮ ਕੋਰਟ ਨੇ ਅੱਜ ਇਲੈਕਸ਼ਨ ਕਮਿਸ਼ਨ ਨੂੰ ਇੰਸਟਰਕਸ਼ਨ ਪਾਸ ਆਨ ਕੀਤੀਆਂ ਹੈ, ਝੂਠੇ ਵਾਅਦੇ ਜਿਹੜੀ ਪਾਰਟੀਆਂ ਕਰਦੀਆਂ ਉਹਨਾਂ ਦੇ ਚੋਣ ਜਿਹੜੇ ਮੈਨੀਫੈਸਟੋ ਤੇ ਪਾਰਟੀਆਂ ਦਾ ਸਿੰਬਲ ਕੈਂਸਲ ਕੀਤਾ ਜਾਵੇ, ਜਾਂ ਜਿੰਨੇ ਹੋਰ ਉਹਨਾਂ ਦੀ ਕੈਂਸਲੇਸ਼ਨ ਕੀਤੀ ਜਾਣ ਸਾਰੀਆਂ। ਨਹੀਂ ਦੈਟ ਇਜ਼ ਅ ਨੋਟਿਸ ਔਨ ਫ੍ਰੀ ਬੀਜ਼ ਬ్రో, ਉਹ ਤੇ ਫ੍ਰੀ ਬੀਜ਼ ਦੇ ਉੱਤੇ ਨੋਟਿਸ ਹੈਗਾ। ਉਹ ਲੋਕਾਂ ਦਾ ਗੱਲ ਸੁਣ, ਵੇਖੋ ਇੰਨੀ ਵੈਲ, ਇੱਕ ਮੇਰੀ ਗੁਜ਼ਾਰਿਸ਼ ਸੁਣ ਲਓ, ਫॉर गॉड ਸੇਕ, ਫॉर द ਵੈਲਫੇਅਰ ਆਫ ਪੰਜਾਬ। ਇੱਕ ਬੰਦਾ ਬੰਦੇ ਇੱਕ ਕਿਰਪਾ ਕਰਕੇ ਸਾਡੀ ਇੰਟੈਂਸ਼ਨ ਤੇ ਕੁਐਸਚਨ ਮਾਰਕ ਕਰੋ। ਨਹੀਂ ਅੱਜ ਭਾਜੀ ਐਡਰੈਸ ਚਲੋ ਸਿੱਧੂ ਸਾਹਿਬ ਨੂੰ ਪੁੱਛੋ। ਨਹੀਂ ਅੱਜ ਮੈਨੀਫੈਸਟੋ ਹੈਡ ਹੋਣੇ, ਅੱਜ ਉਹਨਾਂ ਨੂੰ ਪੁੱਛੋ। ਬਾਜਵਾ ਸਾਹਿਬ ਇਹਦਾ ਜਵਾਬ ਦੇ ਦਿਓ। ਹਾਂ ਦੱਸੋ। ਜਿਹੜੇ ਸਿੱਧੂ ਸਾਹਿਬ ਨੇ ਇਹ ਰਿਸਰਚ ਕਰਕੇ ਇਹ ਫਾਰਮੂਲੇ ਅੱਗੇ ਰੱਖੇ ਨੇ, ਕੀ ਇਹ ਸਰਚ ਇਹਨਾਂ ਦੇ ਰਿਸਰਚ ਕੇ ਜਾਂ ਫਿਰ ਹਾਈ ਕਮਾਂਡ ਦੇ ਨਾਲ ਕੋਈ ਸਲਾਹ ਮਸ਼ਵਰਾ ਹੋਇਆ? ਮੈਂ ਕਿਹਾ ਕਿਸੇ ਦੀ ਉਹ ਅੰਬ ਖਾਓ ਯਾਰ, ਗੁੱਟਲੀਆਂ ਤੋਂ ਕੀ ਲੈਣਾ? ਸਿੱਧੂ ਸਾਹਿਬ ਕੱਲ ਹੱਦ ਹੋ ਗਈ ਹੈ। ਇੱਕ ਮਿੰਟ ਮੇਰੀ ਬੇਨਤੀ ਸੁਣ, ਇੱਕ ਮਿੰਟ, ਤੁਹਾਡੀ ਕੱਲਿਆਂ ਦੀ ਹੈ ਇੱਕ ਛੋਟੇ ਵੀ 2 ਮਿੰਟ ਮੇਰੀ ਗੱਲ ਆਪਾਂ ਇਹ ਤੋਂ ਕੀ ਲੈਣਾ ਯਾਰ? ਮੇਰੀ ਸੁਣ ਲਓ। ਪਾਰਟੀ ਪ੍ਰਧਾਨ ਦਾ ਬਹੁਤ ਵੱਡਾ ਦਾਇਤਵ ਹੁੰਦਾ ਹੈ, ਇੱਕ ਜ਼ਿੰਮੇਵਾਰੀ ਹੁੰਦੀ ਹੈ। ਪਾਰਟੀ ਪ੍ਰਧਾਨ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ, ਹੀ ਇਜ਼ ਡਨ ਅ ਗੁੱਡ ਟਾਸਕ। ਜੇ ਆਪਾਂ ਰਿਸਰਚ ਹੀ ਨਾ ਕਰਦੇ ਤਾਂ ਲੋਕਾਂ ਨੂੰ ਇਹ ਲੀਡਰਸ਼ਿਪ ਕੀ ਦੇਣੀ ਹੈ? ਹੀ ਇਜ਼ ਡਨ ਅ ਗੁੱਡ ਰਿਸਰਚ, ਵੀ ਆਰ ਡੂਇੰਗ ਆਵਰ ਓਨ ਰਿਸਰਚ। ਇਹਦੀ ਵੈਟਿੰਗ ਵੀ ਹੋਣੀ ਹੈ। ਅਜੇ ਇਹ ਨਹੀਂ ਹੋਣਾ ਕਿ ਮੈਂ ਕੀ ਕਹਿਤਾ, ਇਹਨਾਂ ਨੇ ਕੀ ਕਹਿਤਾ ਤੇ ਸਾਰਾ ਕੰਮ ਸਿਰੇ ਚੜ ਗਿਆ। ਇਹਦੀ ਵੈਟਿੰਗ ਵੀ ਗਵਰਨਮੈਂਟ ਆਫ ਸਾਡੀ ਜਿਹੜੀ ਸੈਂਟਰਲ ਪਾਰਟੀ ਹੈ, ਜਿਹਦੇ ਵਿੱਚ ਇੰਨੇ ਵੈਟਰਨਸ ਨੇ, ਐਂਟਨੀ ਸਾਹਿਬ ਨੇ, ਐਂਟਨੀ ਸਾਹਿਬ ਨੇ, ਚਿਦੰਬਰਮ ਸਾਹਿਬ ਨੇ, 3 ਬੰਦਿਆਂ ਕੋ ਜਾਏਗਾ ਇਹ। ਬਾਜਵਾ ਸਾਹਿਬ ਤੁਹਾਡੀ ਗੱਲ ਤੋਂ ਇਹ ਸਮਝ ਲਈਏ ਕਿ ਹਾਈ ਕਮਾਂਡ ਨੇ ਸਿੱਧੂ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿਹੜੀ ਚੀਜ਼ ਦੀ? ਨਹੀਂ ਯਾਰ ਛੋਟੇ ਦੇਖੋ ਭਾਈ, ਤੁਸੀਂ ਸ਼ਰਾਰਤਾਂ ਦੇ ਸਵਾਲ ਨਾ ਕਰੋ, ਇਹ ਬਹੁਤ ਓਕੇ ਗੰਭੀਰ ਨਹੀਂ ਛੋਟੇ ਭਾਈ, ਨਹੀਂ ਕੋਈ ਨਹੀਂ, ਤੇਰਾ ਸਵਾਲ ਠੀਕ ਹੈ ਯਾਰ, ਤੇਰਾ ਉੱਤਰ ਆ ਗਿਆ, ਸਵਾਲ ਠੀਕ ਵਧੀਆ ਹੈ। ਸਵਾਲ। ਸਿੱਧੂ ਸਾਹਿਬ ਕੱਲ ਕੈਪਟਨ ਸਾਹਿਬ ਦਾ ਕਹਿਣਾ ਸੀ ਕਿ ਇਮਰਾਨ ਖਾਨ ਨੇ ਸਿਫਾਰਿਸ਼ ਕੀਤੀ ਸੀ ਤੁਹਾਡੀ, ਇਹਦਾ ਪੰਜਾਬ ਦੀ ਪ੍ਰਗਤੀ ਨਾਲ ਕੀ ਕੰਸਰਨ ਹੈ? ਨਾਲੇ ਉਹ 5 ਸਾਲ ਬਾਅਦ ਸੁੱਤਾ ਉੱਠਿਆ, ਮੈਂ ਕਹਿੰਦਾ ਉਹਨੂੰ ਅੰਮ੍ਰਿਤਸਰ ਲਿਜਾਓ, ਤਾਰਾਂ ਤੂਰਾਂ ਲਵਾਓ, ਥੋੜਾ ਐ ਕਰੇ, ਮਾੜਾ ਮੋਟਾ ਠੀਕ ਹੋ ਜਾਊਗਾ ਯਾਰ। ਬਸ ਕਰ ਯਾਰ ਤੂੰ। ਕੋਈ ਹੋਰ ਕੋਈ ਗੱਲ ਹੈ ਤੇ ਕਰੀਏ, ਨਹੀਂ ਤੇ ਅਗਲਾ ਸਵਾਲ ਯਾਰ ਕੋਈ ਥੋੜਾ ਜਿਹਾ ਪਲੀਜ਼। ਕਾਂਗਰਸ ਤੋਂ ਅਸਤੀਫਾ ਦੇ ਕੇ ਸਰ ਜਿਹੜਾ ਹੁਣ ਤੁਸੀਂ ਆਪਣਾ ਵਿਜ਼ਨ ਪੇਸ਼ ਕੀਤਾ, ਇਹਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਵੂਮਨ ਪਾਵਰਮੈਂਟ ਦੀ ਜਿਹੜੀ ਤੁਸੀਂ ਗੱਲ ਕੀਤੀ, ਲੇਕਿਨ ਜਦੋਂ ਟਿਕਟਾਂ ਦਿੰਦੇ ਉਹਦੇ ਵਿੱਚ ਤੁਹਾਡਾ ਆંકੜਾ ਕੱਢੀਏ ਤਾਂ 10% ਵੀ ਨਹੀਂ ਬੈਠਦਾ, ਤਾਂ ਕਿਆ ਟਿਕਟਾਂ ਦੇ ਵਿੱਚ ਤੁਸੀਂ ਪਾਵਰਮੈਂਟ ਨਹੀਂ ਦੇਖਦੇ? ਭਾਜੀ ਇਹਨਾਂ ਨੂੰ ਇਹ ਦੱਸੋ, ਚਲ ਮੈਂ ਹੀ ਦੱਸ ਦਿੰਦਾ ਔਨ ਬਿਹਾਫ ਆਫ ਭਾਜੀ, ਕਿ ਭਾਈ ਸੋਨੀਆ ਜੀ ਦੀ ਇੱਕ ਵਿਜ਼ਨ ਸੀ, ਅਸੀਂ ਉਹ ਥੱਲੋਂ ਸ਼ੁਰੂ ਕੀਤੀ ਹੈ ਔਰ 50% ਅਸੀਂ ਮਿਊਨਿਸਪੈਲਿਟੀਜ਼ ਦੇ ਵਿੱਚ ਔਰਤਾਂ ਨੂੰ ਜਗ੍ਹਾ ਦਿੱਤੀ ਹੈ। ਤੁਸੀਂ ਦੇਖੋ ਨਾ ਯਾਰ, ਹੌਲੀ ਹੌਲੀ ਐਵੋਲੂਸ਼ਨ ਦੇ ਨਾਲ ਪ੍ਰਿਯੰਕਾ ਜੀ ਨੇ ਜੋ ਅਨਾਉਂਸਮੈਂਟ ਕੀਤੀ ਉਹ 40% ਤੇ ਆ ਗਈ ਹੈ। ਹੌਲੀ ਹੌਲੀ ਵਿਦ ਦੀ ਪੈਸੇਜ ਆਫ ਟਾਈਮ, ਹੁਣ ਦੇਖੋ ਪੰਚਾਇਤੀ ਰਾਜ ਦੀ ਗੱਲ ਕੀਤੀ ਹੈ, ਉਹ ਰਾਜੀਵ ਜੀ ਦੀ ਵਿਜ਼ਨ ਹੈ, ਪੂਰੇ 12,500 ਪਿੰਡਾਂ ਦੀ ਤਾਕਤ ਉਹਨਾਂ ਨੂੰ ਵਾਪਸ ਦਿੱਤੀ ਜਾਏਗੀ, ਪਾਵਰ ਡੀਸੈਂਟਰਲਾਈਜ਼ ਕੀਤੀ ਜਾਏਗੀ, ਉਹਨਾਂ ਦੀ ਸਾਰੀ ਤਾਕਤ ਲੈ ਕੇ ਇੱਕ ਕਮਰੇ 'ਚ ਰੱਖ ਲੈਣੀ ਤੇ ਇੱਕ ਮੁੱਖ ਮੰਤਰੀ ਕੋ ਦੇ ਦੇਣੀ। ਕਿ ਬੜੀ ਸ਼ਰਮ ਦੀ ਗੱਲ ਹੈ ਕਿ ਕਈ ਸਰਪੰਚਾਂ ਨੂੰ ਨੋਮੀਨੇਟ ਕਰਨ ਲਈ 5-5 ਲੱਖ ਰੁਪਏ ਲਿੱਤੇ ਜਾਂਦੇ।
देयरफॉर ਭਾਵੇਂ ਉਹਨਾਂ ਦੀ ਤਾਕਤ ਹੋਵੇ, ਭਾਵੇਂ ਮਿਊਨਿਸਪਲ ਕਮੇਟੀਆਂ ਦੀ ਤਾਕਤ ਹੋਵੇ, ਛੋਟੇ ਛੋਟੇ ਕਸਬਿਆਂ ਦੀ ਮਿਊਨਿਸਪਲ ਕਮੇਟੀਆਂ ਨੇ 11 ਟੈਕਸਿਸ ਲੈਵੀ ਕਰ ਸਕਦੀਆਂ ਨੇ। ਆਤਮ ਨਿਰਭਰ ਸੰਸਥਾਵਾਂ ਨੇ, ਗਵਰਨਮੈਂਟਸ ਵਿਦਿਨ ਦੀ ਗਵਰਨਮੈਂਟ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਲੋਕਲ ਸੈਲਫ ਗਵਰਨਮੈਂਟ ਦਾ ਭਾਜੀ ਵੀ ਰਹੇ ਹੋਣੇ, ਲੋਕਲ ਸੈਲਫ ਗਵਰਨਮੈਂਟ ਦਾ ਮਿਨਿਸਟਰ ਹੁੰਦਾ ਹੈ, ਚੀਫ ਮਿਨਿਸਟਰ ਦੇ ਨਾਲ ਫੋਟੋ ਲੱਗਦੀ ਉਹਦੀ। ਇਟਸ ਅ ਗਵਰਨਮੈਂਟ ਵਿਦਿਨ ਦਾ ਗਵਰਨਮੈਂਟ। ਦੇयरफॉर ਹੌਲੀ ਹੌਲੀ ਜਿਹੜਾ ਵਿਮਨਸ ਬਿੱਲ ਵੀ ਹੈ, सोनिया मैन बार बार रिटरेट करती हैं कि असी जिदन सरकार च आ गए असी वो विमेन एम्पावरमेंट वाला बिल पास करांगे फट के। देयरफॉर वी हैव स्टूड फॉर दिस। ईवन दी विमेन एम्पावरमेंट वाला जिहड़ा इहदे विच हो है, वी आर इन्वेस्टिंग इन दी फ्यूचर जनरेशन, इन देयर एजुकेशन, मेकिंग them part and parcel of the economy. Therefore it is not a hoax and just an election promise that we are making. ਇਹਦਾ ਕੀ ਸਵਾਲ ਹੈ ਇਹਦੇ ਨਾਲ ਦੱਸੋ ਮੈਨੀਫੈਸਟੋ ਨਾਲ ਕੋਈ ਕਨੈਕਸ਼ਨ ਹੈ? ਤਾਂ ਹੀ ਤਾਂ ਮੈਂ ਕਹਿ ਰਿਹਾ ਛੋਟੇ ਭਾਈ ਥੋੜਾ ਜਿਹਾ ਪੰਜਾਬ ਫਿਰ ਤੁਸੀਂ ਉਧਰ ਨੂੰ ਲੈ ਜਾਓਗੇ ਯਾਰ, ਬਸ ਕਰ। ਮੈਡਮ ਤੁਸੀਂ ਔਨ ਯੋਰ ਰეკਮੈਂਡੇਸ਼ਨ ਬੀਜੇਪੀ ਚੰਦੂਮਾਜਰਾ ਜੀ ਵਾਸ ਅਪਾਇੰਟਡ, ਬਟ ਉਹਨਾਂ ਦੀ ਦੇਅਰਸ ਅ ਆਡੀਓ ਲੀਕ, ਉਹਦੇ ਚ ਪੀਓ ਸਿਟਿੰਗ ਐਜ਼ ਐਟ ਹਿਸ ਪਲੇਸ ਤੇ ਉਹਨਾਂ ਦੇ ਸ਼ਹਿਰ ਤੇ ਜੋ ਵੀ ਅਪਾਇੰਟਮੈਂਟਸ ਹੋਈਆਂ, ਵਿਚ ਇਜ਼ ਔਨ ਰਿਕਾਰਡ ਨਾਓ। ਮੈਡਮ ਇਟ ਇਜ਼ ਅ ਸਿੰਪਲ ਰਿਕੁਐਸਟ। ਬੜੇ ਸਾਲ ਲੱਗੇ ਮੈਨੂੰ ਇਹ ਕੁਝ ਕਰਦੇ ਹੋਏ, ਭਾਜੀ ਕੋਲ ਪਹੁੰਚਾਉਂਦੇ ਹੋਏ, ਤੁਹਾਡੇ ਤੱਕ ਪਹੁੰਚਾਉਂਦੇ ਹੋਏ। ਅੱਜ ਦਾ ਦਿਨ ਤੁਸੀਂ ਇੱਥੇ ਹੀ ਰਹੋ ਮੈਨੀਫੈਸਟੋ ਤੱਕ ਪਲੀਜ਼। ਇਟਸ ਅ ਰਿਕੁਐਸਟ, ਯੂ ਆਰ ਲਾਈਕ ਅ ਯੰਗਰ ਸਿਸਟਰ। ਤੁਹਾਡੇ ਮੈਨੀਫੈਸਟੋ 'ਚ ਤੁਸੀਂ ਕਿਹਾ ਕੈਪਟਨ ਅਮਰਿੰਦਰ ਸਿੰਘ 75-25 ਅੱਟੀ ਸਕਤੀ ਪੱਟੀ ਕਿਹਾ। ਮੈਨੂੰ ਦੱਸੋ ਜਦੋਂ ਸਰਕਾਰ ਬਣੇਗੀ, ਠੀਕ ਹੈ, ਜਿਹੜਾ ਲੁੱਟਿਆ ਮਾਫੀਆ ਨੇ ਵਿੱਚ ਕੈਪਟਨ ਅਮਰਿੰਦਰ ਸਿੰਘ, ਯੂ ਵਿਲ ਗੋ ਫॉर ਪ੍ਰੋਬ ਐਂਡ ਯੂ ਵਿਲ ਟੇਕ ਦ ਸੀਰੀਅਸ। ਇੱਕ ਮਿੰਟ, ਬਿਲ ਬੜੀ ਸਿੱਧੀ ਜੀ ਗੱਲ ਆਪਾਂ ਕਰੀਏ। ਮੈਂ ਕਿਉਂ ਕਿਹਾ? ਕਿਉਂਕਿ 4 ਸਾਲ ਬਾਅਦ ਬੰਦਾ ਉੱਠ ਕੇ ਕਹੀ ਜਾਂਦਾ ਹੈ ਕਿ ਮੇਰੇ ਟਾਈਮ ਦੇ ਵਿੱਚ ਸੈਂਡ ਮਾਈਨਿੰਗ ਮਾਫੀਆ ਸੀ ਤੇ ਤੂੰ ਸੁੱਤਾ ਪਿਆ ਸੀ। ਮੁਖੀਆ ਹੋਣ ਦੇ ਨਾਤੇ what did you do? It was happening under your nose, or were you part and parcel? See, it's a simple thing ਕਿ ਜਦੋਂ ਤੁਸੀਂ ਉਦੋਂ ਸੁੱਤੇ ਨਹੀਂ ਜਾਗੇ ਔਰ ਤੁਸੀਂ ਅੱਜ ਇਹੋ ਜਿਹੇ ਸਵਾਲ ਕਰਦੇ ਹੋ, ਮੈਂ ਕਹਿੰਦਾ ਕਿਉਂ ਮਰੇ ਨੂੰ ਮਾਰਨਾ ਖਤਮ ਹੋ ਗਿਆ ਯਾਰ, ਚੱਲਿਆ ਕਰ ਤੁਸੀਂ। ਬਿਲਕੁਲ ਕਿਉਂ ਨਹੀਂ ਕਰਾਂਗੇ? ਜੇ ਕਾਰਵਾਈ ਨਹੀਂ ਕਰਾਂਗੇ, ਪਹਿਲੀ ਗੱਲ ਤੇ ਛੋਟੇ ਭਾਈ ਤੂੰ ਇਸ ਗੱਲ ਨੂੰ ਸਮਝ ਲੈ ਕਿ ਇਹ ਸਿਸਟਮ ਹੀ ਐਸਾ ਹੈ, ਜਦੋਂ ਤੁਸੀਂ ਇਹਨੂੰ ਸੈਟਅਪ ਕਰੋਗੇ ਔਰ ਉੱਤੇ ਸਹੀ ਬੰਦਾ ਲਿਆਓਗੇ ਤੇ ਚੋਰੀ ਹੋਣੀ ਨਹੀਂ। ਚੋਰੀ ਕਰ ਹੀ ਨਹੀਂ ਸਕਦਾ ਕੋਈ। ਪਹਿਲੀ ਗੱਲ ਤੇ ਮੈਂ ਤੁਸੀਂ ਕਲੀਅਰ ਐਲੀਗੇਸ਼ਨ, ਅਗਰ ਕੋਈ ਪ੍ਰੋਬ ਹੋਏਗਾ, ਲੈਟ ਮੀ ਕੰਪਲੀਟ। ਮੇਰਾ ਸਵਾਲ ਹੈ, ਤੁਸੀਂ ਕਲੀਅਰ ਐਲੀਗੇਸ਼ਨ ਲਗਾਏ 75-25 ਮਾਫੀਆ ਦੇ ਨਾਲ ਗੱਠ ਜੋੜ, ਫਿਰ ਇਨਵੈਸਟੀਗੇਸ਼ਨ ਔਰ ਉਹਨਾਂ ਤੇ ਬਾਅਦ ਦੇ ਵਿੱਚ ਕਿਉਂ ਉਹਨਾਂ ਦੇ ਖਿਲਾਫ ਇਨਕੁਆਇਰੀ ਨਹੀਂ ਹੋਈ? ਵਾਈ ਦਾ ਵਾਟ? there is no reason, everything will be proved। ਤੇ ਜਿਹੜਾ ਬੰਦਾ ਪੰਜਾਬ ਦਾ ਦੋਖੀ ਨਿਕਲਿਆ ਠੋਕਾਂਗੇ। ਸਰ ਕਾਂਗਰਸ ਦੀ ਪੋਸਟਰ ਤੇ 3 ਫੋਟੋਆਂ ਨੇ, ਬਾਜਵਾ ਸਾਹਿਬ ਦੀ ਫੋਟੋ। ਮੈਂ ਕਹਿੰਦਾ ਯਾਰ ਇੱਕ ਮਿੰਟ, ਜੇ ਬਾਜਵਾ ਸਾਹਿਬ ਦੀ ਵੀ ਲੱਗੀ ਹੁੰਦੀ ਤੇ 4 ਬੰਦਿਆਂ ਦਾ ਸਵੈੰਬਰ ਹੋ ਜਾਂਦਾ। ਦੇਖਿਆ ਨਾ ਸਵੈੰਬਰ ਹੁੰਦਾ ਹੈ। ਰਹਿਣ ਤੋਂ ਮੈਂ ਚੱਲਿਆ ਬੇਨਤੀ ਖਾਰਿਜ ਹੋ ਗਈ ਮਜੀਠੀਆ ਜੀ ਦੀ, ਹੁਣ ਕੀ ਨਹੀਂ ਹੋਣਾ ਚਾਹੀਦਾ, ਬਟ ਮਿਸਟਰ ਚੰਨੀ ਹਿਮਸੈਲਫ ਅਨਾਉਂਸਡ ਇਹਨਾਂ ਨੇ ਕਿਹਾ ਗੱਲ ਕਰੋ ਭਾਈ ਵੀ ਬਾਹਰ ਨਹੀਂ ਜਾਣੇ ਚਾਹੀਦੇ ਲੋਕ ਜਿਹੜੇ ਡਾਕਟਰ ਸ਼ਾਕਟਰ ਫ੍ਰੀ ਨਹੀਂ। ਕੋਚਿੰਗ ਫॉर ਆਇਲਸ ਟੋਟਲ ਪੰਜਾਬ ਦੇਗਾ, ਬਾਹਰ ਜਾਣ ਲਈ ਬੱਚਿਆਂ ਨੂੰ ਐਜੂਕੇਸ਼ਨ ਲੋਨ ਦੇਾਂਗੇ। ਇਫ ਦ ਸਟੇਟ ਗਵਰਨਮੈਂਟ ਇਟਸੈਲਫ ਇਜ਼ ਇਨਕਰੇਜਿੰਗ ਹਾਂਜੀ ਜਾਓ ਬਾਹਰ, ਵੀ ਵਿਲ ਹੈਲਪ ਯੂ, then She is the in charge. not a double standard। ਮੇਰੀ ਇੱਕ ਗੱਲ ਸੁਣੋ, ਮੈਨੀਫੈਸਟੋ ਸਾਰੀਆਂ ਗੱਲਾਂ ਇੱਥੇ ਪਹੁੰਚਦੇ ਪਰ ਤੁਹਾਡੀ ਪਾਰਟੀ ਦਾ ਡਿਫਰੈਂਟ ਸਟੈਂਡ ਹੈ ਨਾ। ਉਹ ਭਾਈ ਇੱਕ ਮਿੰਟ ਉਹ ਸਿੱਖਿਆ ਦੀ ਗੱਲ ਕਰ। ਨੰਬਰ 1 ਨੰਬਰ 2 ਮੈਡਮ देयर आर so many differences when it comes to opinions। ਜਿਹੜਾ 23,000 ਕਰੋੜ ਰੁਪਏ ਉਹ ਕਹਿ ਰਹੇ ਆ 25,000 ਕਰੋੜ ਇੱਕ ਮਿੰਟ, the decision will be taken here, we'll take that decision with consensus, ਪਿਆਰ ਨਾਲ ਮੁਹੱਬਤ ਨਾਲ। ਥੈਂਕ ਯੂ, ਗॉड ਬlesਸ। ਚਲੋ ਜੀ, ਮੈਂ ਕਿਹਾ ਮੋਸਟ ਵੈਲਕਮ, ਇਟ ਇਜ਼ ਡੈਮੋਕ੍ਰੈਟਿਕ।